वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी ਸਵੇਰ ਦੀ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਲੜੀਵਾਰ ਸ੍ਰੀ ਗੁਰੂ ਨਾਨਕ ਚਮਤਕਾਰ ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ। ਇਸ ਕਿਤਾਬ ਦੇ ਅੰਦਰ ਭਾਈ ਸਾਹਿਬ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਪਾਵਨ ਸਾਖੀਆਂ ਨੂੰ ਬੜੇ ਹੀ ਸੁੰਦਰ ਢੰਗ ਦੇ ਨਾਲ ਪੇਸ਼ ਕੀਤਾ ਹੈ। ਉਹਨਾਂ ਸਾਖੀਆਂ ਦੇ ਵਿੱਚੋਂ ਆਪਾਂ ਭਾਈ ਸੱਜਣ ਜੀ ਦੀ ਸਾਖੀ, ਜਿਨ੍ਹਾਂ ਨੂੰ ਸੱਜਣ ਠੱਗ ਕਿਹਾ ਜਾਂਦਾ ਸੀ, ਜੋ ਲੋਕਾਂ ਨੂੰ ਮਾਰ ਕੇ ਕਤਲ ਕਰਕੇ ਉਹਨਾਂ ਦਾ ਧਨ ਪਦਾਰਥ ਆਦਿ ਖੋਹ ਲੈਂਦੇ ਸਨ। ਇਹਨਾਂ ਦੇ ਨਾਲ ਹੋਰ ਵੀ ਕਈ ਬੰਦੇ ਸਨ ਜਿਨ੍ਹਾਂ ਨੂੰ ਨਾਲ ਮਿਲਾਇਆ ਸੀ। ਆਪ ਧਾਰਮਿਕ ਪਹਿਰਾਵਾ ਪਹਿਨਿਆ ਹੋਇਆ ਸੀ ਸੱਜਣ ਜੀ ਨੇ, ਤੇ ਘਰ ਦੇ ਬਾਹਰ ਇੱਕ ਮਸੀਤ ਤੇ ਇੱਕ ਠਾਕੁਰ ਦੁਆਰਾ ਮੰਦਿਰ ਬਣਾਇਆ ਸੀ, ਤੇ ਦੋਵੇਂ ਟਾਈਮ ਆਰਤੀ ਵੀ ਕਰਨੀ ਤੇ ਨਵਾਜ਼ ਵੀ 5 ਸਮੇਂ ਅਦਾ ਕਰਨੀ। ਇਸੇ ਪ੍ਰਕਾਰ ਜੀਵਨ ਚੱਲਦਾ ਹੈ। ਧੰਨ ਗੁਰੂ ਨਾਨਕ ਸਾਹਿਬ ਇੱਕ ਦਿਨ ਇਹਨਾਂ ਦੇ ਕੋਲ ਆਉਂਦੇ ਆ। ਸਤਿਗੁਰਾਂ ਦੀ ਵੱਖਰੀ ਨੂਰਾਨੀ ਚਿਹਰਾ ਮਹਾਰਾਜ ਦਾ ਤੱਕ ਕੇ ਬੜਾ ਹੈਰਾਨ ਹੁੰਦਾ ਹੈ, ਤੇ ਆਪ ਜੀ ਨੇ ਸਰਵਣ ਕੀਤਾ ਸੀ। ਮਹਾਰਾਜ ਨੂੰ ਪ੍ਰਸ਼ਾਦਾ ਪਾਣੀ ਪੁੱਛਦਾ ਹੈ, ਸਤਿਗੁਰੂ ਨਹੀਂ ਛਕਦੇ, ਸੌਣ ਲਈ ਕਹਿੰਦਾ, ਮਹਾਰਾਜ ਨਹੀਂ ਸੌਂਦੇ। ਫਿਰ ਇਹ ਮੀਟਿੰਗ ਕਰਦਾ ਹੈ ਆਪਣੇ ਨਾਲਦਿਆਂ ਦੇ ਨਾਲ, ਤੇ ਪਰ ਨਾਲ ਦੇ ਜਿਹੜੇ ਸਨ ਉਹ ਵੀ ਇੱਕ ਜਿਹੜਾ ਹੈ ਉਹ ਸ਼ਹਿਜ਼ਾਦਾ ਬਣ ਕੇ ਜਾਂਦਾ। ਉਹ ਕਹਿੰਦਾ ਵਾਕਈ ਕੋਈ ਸੂਈਆ ਹੈ। ਇਹ ਇੱਕ ਔਰਤ ਹੈ, 50 ਕੁ ਸਾਲਾਂ ਦੀ ਉਮਰ ਹੈ, ਜਿਹਦਾ ਨਾਮ ਅੱਗੇ ਚੱਲ ਕੇ ਖੇਮੀ ਆਉਂਦਾ ਹੈ, ਜਿਹਦਾ ਨਾਮ ਖੇਮੀ ਹੈ। ਤੇ ਸਾਧ ਸੰਗਤ ਉਹ ਸ਼ਰਾਬ ਆਦਿ ਲੈ ਕੇ ਮਹਾਰਾਜ ਦੇ ਕੋਲ ਜਾਂਦੀ ਹੈ, ਪਰ ਸਤਿਗੁਰੂ ਕਿਸੇ ਤਰ੍ਹਾਂ ਭਰਮਾਇਆ ਨਹੀਂ ਜਾ ਸਕਦਾ। ਗੁਰੂ ਤੇ ਭਰਮ ਦੂਰ ਕਰਦਾ ਹੈ। ਇਸੇ ਕਰਕੇ ਹੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੌਣ ਲਈ ਭੇਜ ਦਿੰਦੇ ਆ। ਤੇ ਸੱਜਣ ਇਸ ਮੀਟਿੰਗ ਦੇ ਵਿੱਚ ਆਖਰੀ ਫੈਸਲਾ ਸੁਣਾਉਂਦਾ ਹੈ ਕਿ ਪਹਿਰ ਰਾਤ ਰਹਿੰਦੀ ਧੰਨ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਨੂੰ ਕਤਲ ਕਰ ਦਿੱਤਾ ਜਾਵੇ, ਤੇ ਇਹਨਾਂ ਦੇ ਕੋਲ ਜੋ ਵੀ ਹੈ ਉਹ ਖੋਹ ਲਿਆ ਜਾਵੇ। ਇੰਨਾ ਕਹਿ ਕੇ ਸੱਜਣ ਆਪ ਮੰਜੇ ਦੇ ਉੱਤੇ ਲੰਮਾ ਪੈ ਜਾਂਦਾ ਹੈ, ਪਰ ਅੱਖ ਨਹੀਂ ਲੱਗਦੀ। ਜਦੋਂ ਸੌਂਦਾ ਹੈ, ਅੱਖਾਂ ਦੇ ਅੱਗੇ ਵਾਰ-ਵਾਰ ਇਹੀ ਗੱਲ ਘੁੰਮਦੀ ਰਹਿੰਦੀ ਹੈ ਕਿ ਜੇ ਕਿਤੇ ਸੂਈਆ ਨਿਕਲ ਆਇਆ ਤੇ ਹੋਰ ਹੀ ਨਾ ਕਿਤੇ ਚੱਕਰ ਪੈ ਜਾਵੇ। ਤੇ ਨਾਲ ਹੀ ਕਿਤੇ ਮਨ ਚ ਆ ਜਾਂਦਾ ਹੈ ਕਿ ਵਾਕਈ ਕੋਈ ਧਨ ਪਦਾਰਥ ਵਾਲਾ ਵਿਅਕਤੀ ਹੈ। 100 ਗੱਲਾਂ ਮਨ ਚ ਆਉਂਦੀਆਂ। ਇਹਨੇ ਚਿੰਨੂ ਰਵਾਬ ਦੀ ਤਾਰ ਛਿੜਦੀ ਹੈ, ਅਲਾਪ ਹੁੰਦਾ ਹੈ। ਸੱਜਣ ਦੀਆਂ ਜਿਹੜੀਆਂ ਅੱਖਾਂ ਮੀਟੀਆਂ ਸਨ ਉਹ ਖੁੱਲ੍ਹਦੀਆਂ ਨੇ। ਉੱਠ ਕੇ ਮੰਜੇ ਉੱਪਰ ਬੈਠ ਜਾਂਦਾ ਹੈ। ਬੜੀ ਰਸ ਭਿੰਨੀ ਆਵਾਜ਼ ਕੰਨਾਂ 'ਚ ਪੈਂਦੀ ਹੈ। ਭਾਈ ਮਰਦਾਨਾ ਜੀ ਕੀਰਤਨ ਕਰਦੇ ਆ, ਗੁਰੂ ਨਾਨਕ ਸਾਹਿਬ ਜੀ ਬੈਠੇ ਸੁਣ ਰਹੇ ਆ। ਸੱਜਣ ਆਪਣੇ ਮੰਜੇ ਤੋਂ ਉੱਠ ਕੇ ਮਹਾਰਾਜ ਦੇ ਜਿਸ ਕਮਰੇ 'ਚ ਸਤਿਗੁਰੂ ਜੀ ਹਨ ਉੱਥੇ ਆਉਂਦਾ ਹੈ। ਇੱਕ ਨੁੱਕਰ ਜੀ ਦੇ ਵਿੱਚ ਬੈਠ ਜਾਂਦਾ ਹੈ ਤੇ ਅੱਖਾਂ ਮੀਟ ਲੈਂਦਾ ਹੈ। ਤੇ ਸੱਜਣ ਨੇ ਹੁਣ ਤੱਕ ਕੀਤੇ ਹੋਏ ਜਿੰਨੇ ਵੀ ਪਾਪ ਸਨ ਉਹ ਸੱਜਣ ਦੇ ਗੁਨਾਹ ਅੱਖਾਂ ਅੱਗੇ ਆ ਜਾਂਦੇ। ਇਹਨੂੰ ਇੰਝ ਲੱਗਦਾ ਹੈ ਕਿ ਜਿਨ੍ਹਾਂ ਨੂੰ ਮਾਰਿਆ ਹੈ ਉਹ ਵਾਰ-ਵਾਰ ਉੱਠ ਕੇ ਕਹਿ ਰਹੇ ਆ ਕਿ ਇਹਨੂੰ ਮਾਰੋ, ਕਤਲ ਕਰੋ, ਇਹ ਬਚ ਕੇ ਨਹੀਂ ਜਾਣਾ ਚਾਹੀਦਾ, ਇਹ ਪਾਪੀ ਹੈ, ਇਹ ਕਾਤਲ ਹੈ। ਇਸੇ ਪ੍ਰਕਾਰ ਬੜਾ ਡਰਦਾ ਹੈ, ਪਰ ਅੱਖ ਖੁੱਲ੍ਹਦੀ ਹੈ, ਪਤਾ ਲੱਗਦਾ ਕਿ ਇਹ ਤੇ ਇੱਕ ਸੁਪਨਾ ਹੈ। ਫਿਰ ਉਸ ਤੋਂ ਬਾਅਦ ਸਾਧ ਸੰਗਤ ਇਹ ਵਾਰ-ਵਾਰ ਅੱਖਾਂ ਜਦੋਂ ਬੰਦ ਕਰਦਾ ਹੈ ਤੇ ਅੱਖਾਂ ਦੇ ਅੱਗੇ ਫਿਰ ਉਹੀ ਹਨੇਰਾ ਛਾ ਜਾਂਦਾ ਹੈ। ਫਿਰ ਉਸੇ ਪ੍ਰਕਾਰ ਵਾਰ-ਵਾਰ ਸੋਚਦਾ ਹੈ ਕਿ ਵਾਕਈ ਹੀ ਇਹ ਕੋਈ ਸੱਜਣ ਜਿਹੜਾ ਸਾਡੇ ਘਰ ਆਇਆ ਹੈ ਇਹ ਕੋਈ ਰੱਬ ਦਾ ਬੰਦਾ ਹੈ। ਫਿਰ ਇਹਨੂੰ ਪਤਾ ਲੱਗਦਾ, ਕਿਉਂਕਿ ਪਹਿਲੋਂ ਗੁਰੂ ਨਾਨਕ ਸਾਹਿਬ ਨੂੰ ਆਪਾਂ ਵਰਗਾ ਠੱਗ ਹੀ ਸਮਝਦਾ ਹੈ। ਪਰ ਫਿਰ ਉਸ ਤੋਂ ਬਾਅਦ ਇਹਨੂੰ ਹੌਲੀ-ਹੌਲੀ ਇਹਦੇ ਮਨ ਸਮਝ ਆਉਂਦੀ ਹੈ ਕਿ ਮਨਾ ਇਹ ਵਾਕਈ ਕੋਈ ਰੱਬ ਦਾ ਬੰਦਾ ਹੈ, ਕੋਈ ਵਾਹਿਗੁਰੂ ਦਾ ਆਪਣਾ ਸਰੂਪ ਹੈ ਜੋ ਮੈਨੂੰ ਬਖਸ਼ਣ ਵਾਸਤੇ ਆਇਆ। ਇਹਨੇ ਚਿਰ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੂਹੀ ਰਾਗ ਦੀ ਤਾਰ ਛੇੜਨ ਲਈ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ, ਤੇ ਸੂਹੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਦੇ ਸਤਿਗੁਰੂ ਜੀ, ਉਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਦਿਸ,
ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ, ਜਿੱਥੇ ਲਿਖਾ ਮੰਗੀ ਹੈ ਤਿੱਥੇ ਖੜੇ ਸਨ। ਇਸੇ ਪ੍ਰਕਾਰ ਮਹਾਰਾਜ ਸਾਰਾ ਸ਼ਬਦ ਸੁਣਾਉਂਦੇ ਆ। ਇਹ ਸ਼ਬਦ ਨੂੰ ਸੁਣ ਕੇ ਅੱਖਾਂ ਮੀਟ ਕੇ ਜਦੋਂ ਸ਼ਬਦ ਦੇ ਵਿੱਚ ਆਉਂਦਾ, ਕੁੱਟ ਕੁੱਟ ਜੀਆਂ ਖਾਵਣੇ ਪੱਗੇ ਨਾ ਕਹੀਆਂ। ਇਸੇ ਪ੍ਰਕਾਰ ਸਾਰੇ ਸ਼ਬਦਾਂ ਨੂੰ ਆਪਣੇ ਮਨ ਦੇ ਵਿੱਚ ਵਿਚਾਰਦਾ ਹੈ ਤੇ ਸੱਜਣ ਦਾ ਜਿਹੜਾ ਪਾਪ ਹੈ ਉਹ ਅੱਖਾਂ ਅੱਗੇ ਆ ਜਾਂਦਾ ਹੈ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸੱਜਣ ਨੂੰ ਉਪਦੇਸ਼ ਦਿੰਦੇ ਆ। ਗੁਰੂ ਨਾਨਕ ਸਾਹਿਬ ਕਿ ਸੱਜਣਾ, ਤੂੰ ਅਸਲੀ ਸੱਜਣ ਨਹੀਂ ਹੈ। ਸੱਜਣ ਉਹ ਹੁੰਦੇ ਆ ਜਿਹੜੇ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਣ, ਪਰ ਤੈਨੂੰ ਤੇ ਦੇਖ ਕੋਈ ਪ੍ਰਵਾਨ ਨਹੀਂ ਹੋਣ ਦੇਣਾ ਚਾਹੁੰਦਾ। ਜਿਨ੍ਹਾਂ ਨੂੰ ਤੂੰ ਮਾਰਿਆ ਉਹ ਤੇ ਅੱਜ ਵੀ ਤੇਰੇ ਅੱਗੇ ਖੜੇ। ਸਾਰੇ ਗੁਨਾਹ ਸਤਿਗੁਰੂ ਦੇ ਅੱਗੇ ਲੈ ਆਉਂਦੇ ਆ। ਇਹ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਢਹਿ ਪੈਂਦਾ, ਚਿੰਬੜ ਜਾਂਦਾ, ਕਹਿੰਦਾ ਮਿਹਰ ਕਰੋ, ਮਿਹਰ ਕਰੋ ਮੇਰੇ ਉੱਤੇ, ਮਿਹਰ ਕਰੋ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦਾ ਜਿਹੜਾ ਹੈ ਸਾਧ ਸੰਗਤ ਸਤਿਗੁਰੂ ਰਹਿਮਤ ਦੇ ਘਰ ਆਉਂਦੇ ਆ, ਇਹਨੂੰ ਬਖਸ਼ ਦਿੰਦੇ ਆ। ਫਿਰ ਇਹਦੇ ਨਾਲ ਦੇ ਜਿੰਨੇ ਵੀ ਦਾਸ ਸਨ ਉਹ ਵੀ ਬਖਸ਼ੇ ਜਾਂਦੇ ਆ, ਉਹਨਾਂ ਦਾ ਵੀ ਪਾਰ ਉਤਾਰਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰ ਦਿੰਦੇ ਆ। ਫਿਰ ਸਾਧ ਸੰਗਤ ਤੋਂ 50 ਕੁ ਸਾਲਾਂ ਦੀ ਮਾਈ ਦਾ ਜ਼ਿਕਰ ਆਇਆ ਹੈ ਪਿੱਛੇ, ਜਿਹੜੀ ਸਤਿਗੁਰਾਂ ਦੇ ਹਜ਼ੂਰ ਸ਼ਰਾਬ ਲੈ ਕੇ ਆਉਂਦੀ ਹੈ। ਇੱਕ ਬਾਟੇ ਦੇ ਵਿੱਚ, ਇੱਕ ਗੜਵੀ ਦੇ ਵਿੱਚ ਭੰਗ ਲੈ ਕੇ ਆਉਂਦੀ, ਫੀਮ ਦੀ ਡੱਬੀ ਲੈ ਕੇ ਆਉਂਦੀ ਹੈ। ਤੇ ਸਾਧ ਸੰਗਤ ਉਹ, ਕਿਉਂਕਿ ਉਹਨੂੰ ਬੁਰਾ ਭਲਾ ਕਿਹਾ ਹੁੰਦਾ ਸੱਜਣ ਨੇ, ਉਹ ਚਲੀ ਜਾਂਦੀ ਹੈ ਆਪਣੇ ਕਮਰੇ ਦੇ ਵਿੱਚ। ਹੁਣ ਸਾਰੇ ਦਾਸ ਜਿਹੜੇ ਉਹ ਮਹਾਰਾਜ ਦੇ ਚਰਨੀ ਪੈ ਜਾਂਦੇ, ਪਰ ਇਹ ਨਹੀਂ ਆਉਂਦੀ। ਸੱਜਣ ਕਹਿੰਦਾ ਕਿ ਖੇਮੀ ਕਿੱਥੇ ਹੈ? ਇਹਦਾ ਨਾਮ ਖੇਮੀ ਹੈ। ਸਾਨੂੰ ਹੁਣ ਪਤਾ ਲੱਗਦਾ ਉਸ ਔਰਤ ਦਾ ਨਾਮ ਖੇਮੀ ਹੈ। ਸੱਜਣ ਕਹਿੰਦਾ ਖੇਮੀ ਕਿੱਥੇ ਆ? ਤੇ ਦਾਸ ਕਹਿੰਦੇ ਪਤਾ ਨਹੀਂ ਜੀ ਕਿੱਥੇ ਆ। ਸੱਜਣ ਕਹਿੰਦਾ ਜਾਓ ਲੈ ਕੇ ਆਓ। ਤੇ ਦਾਸ ਜਾਂਦੇ ਆ, ਉਹਨੂੰ ਲੈ ਕੇ ਆਉਂਦੇ ਆ। ਉਹਨੂੰ ਲਿਆ ਕੇ ਸਤਿਗੁਰਾਂ ਦੇ ਹਜ਼ੂਰ ਲਿਆਉਂਦੇ ਆ। ਤੇ ਖੇਮੀ ਆਣ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਪੈ ਜਾਂਦੀ ਹੈ। ਤੇ ਸਤਿਗੁਰਾਂ ਨੇ ਕਿਹਾ ਸੀ ਇਹਨੂੰ, ਜਦੋਂ ਮਹਾਰਾਜ ਵਾਸਤੇ ਇਹ ਸ਼ਰਾਬ ਆਦਿ ਲੈ ਕੇ ਆਏ ਸੀ, ਤੇ ਇਹਨੇ ਕਿਹਾ ਸੀ ਮਹਾਰਾਜ ਮੈਂ ਤੇ ਤੁਹਾਡੇ ਨਾਲ ਹਮਦਰਦੀ ਕਰਦੀ ਹਾਂ। ਤੇ ਸਤਿਗੁਰਾਂ ਨੇ ਕਿਹਾ ਸੀ ਕਿ ਭਾਈ ਬੀਬਾ, ਜੇ ਤੂੰ ਸਾਡੇ ਨਾਲ ਹਮਦਰਦੀ ਕਰਦੀ ਹੈ, ਜਾਂ ਵਾਹਿਗੁਰੂ ਵੀ ਤੇਰੇ ਨਾਲ ਹਮਦਰਦੀ ਕਰੇਗਾ। ਪਰ ਜੇ ਤੂੰ ਸਾਡੇ ਨਾਲ ਬੇਦਰਦੀ ਕਰਦੀ ਹੈ ਨਾ, ਪਰ ਵਾਹਿਗੁਰੂ ਫਿਰ ਵੀ ਤੇਰੇ ਨਾਲ ਹਮਦਰਦੀ ਕਰੇਗਾ। ਇਹ ਸਤਿਗੁਰਾਂ ਨੇ ਉਪਦੇਸ਼ ਇਹਨੂੰ ਦਿੱਤਾ ਸੀ। ਤੇ ਮਹਾਰਾਜ ਫਿਰ ਇਹਨੂੰ ਇਹਦਾ ਉਹ ਯਾਦ ਕਰਾਉਂਦੇ ਉਪਦੇਸ਼ ਕਿ ਭਾਈ ਉਹ ਵਾਹਿਗੁਰੂ ਨੇ ਤੂੰ ਸਾਡੇ ਨਾਲ ਦਰਦ ਕੀਤਾ, ਜਾਂ ਵਾਹਿਗੁਰੂ ਨੇ ਤੇਰੇ ਨਾਲ ਦਰਦ ਕੀਤਾ, ਤੂੰ ਮੁਕਤ ਹੋ ਗਈ ਹੈ। ਇਸੇ ਪ੍ਰਕਾਰ ਵਿਚਾਰੀ, ਕਿਉਂਕਿ ਕਿਸੇ ਸਾਧੂ ਦੀ ਤਰੀਮਤ ਸੀ, ਆਪਾਂ ਪਿੱਛੇ ਪੜ੍ਹ ਆਏ ਕਿ ਕਿਤੇ ਸਾਧੂ ਦੀ ਔਰਤ ਸੀ, ਇਹ ਪਤਨੀ ਸੀ। ਫਿਰ ਉਸ ਤੋਂ ਬਾਅਦ ਸਾਧ ਸੰਗਤ ਇਹ ਵਿਚਾਰੀ ਦਾ ਕਲਿਆਣ ਨਹੀਂ ਸੀ ਹੁੰਦਾ। ਇਹ ਠੱਗ ਚੁੱਕ ਲਿਆਏ ਸੀ ਤੇ ਇੱਥੇ ਇਹਨੂੰ ਆਪਣੇ ਕੰਮਾਂ ਦੇ ਵਿੱਚ ਸ਼ਾਮਲ ਕਰ ਲਿਆ ਸੀ। ਸੋ ਸਾਧ ਸੰਗਤ ਇਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਨੂੰ ਬਖਸ਼ ਦਿੰਦੇ ਆ। ਫਿਰ ਉਸ ਤੋਂ ਬਾਅਦ ਇਹ ਜਿਹੜੀ ਮਾਈ ਹੈ ਇਹ ਮੂਰਛ ਹੋ ਕੇ ਮਹਾਰਾਜ ਦੇ ਚਰਨਾਂ ਤੇ ਡਿੱਗ ਪੈਂਦੀ ਹੈ। ਅੱਖਾਂ ਜਿਹੜੀਆਂ ਉਹ ਤਾਲੇ ਲੱਗੀਆਂ ਤੇ ਲੰਮੇ ਲੰਮੇ ਸਾਹ ਜਿਹੜੀ ਖਿੱਚਦੀ ਹੈ। ਨੈਣਾ ਵਾਲੇ ਨੈਣ ਤੱਕਦੇ ਆ ਸਤਿਗੁਰਾਂ ਦੇ, ਰੀਝ ਬੰਨ ਕੇ ਖੇਮੀ ਵੱਲ ਮਹਾਰਾਜ ਦੇਖਦੇ ਆ ਤੇ ਕੁਸਨ ਹਟ ਜਾਂਦੀ ਆ, ਅਡੋਲ ਹੋ ਜਾਂਦੀ ਆ, ਨੈਣ ਮਿਟ ਜਾਂਦੇ ਆ, ਸਵਾਸ ਰੁਕ ਸਿਰ ਹੋ ਕੇ ਧੀਮੇ ਧੀਮੇ ਹੋ ਜਾਂਦੇ, ਭਾਵ ਟਿਕ ਜਾਂਦਾ ਇਹਦਾ ਮਨ ਖੇਮੀ ਦਾ। ਫਿਰ ਕੁਝ ਚਿਰ ਪਿੱਛੋਂ ਸਾਧ ਸੰਗਤ ਅੱਜ ਜੋ ਆਪਾਂ ਇੱਥੋਂ ਆਰੰਭ ਕਰਨਾ ਹੈ ਕਿ ਕੁਝ ਚਿਰ ਪਿੱਛੋਂ ਜਿਹੜਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਇਹਦੇ ਸਿਰ ਤੇ ਹੱਥ ਫੇਰਦੇ ਆ ਤੇ ਮਹਾਰਾਜ ਕਹਿੰਦੇ ਆ ਕਿ ਉੱਠ, ਠੰਡੀ ਠਾਰ ਪਰ ਕਮਜ਼ੋਰ ਸੁਖੀ, ਪਰ ਬੜੀ ਨਿਰਮਲ ਸੀ। ਬਲ ਤੋਂ ਰਹਿਤ ਹੋ ਜਾਂਦੀ ਹੈ, ਸਰੀਰ ਕਮਜ਼ੋਰ ਜਿਹਾ ਲੱਗਦਾ ਹੈ, ਪਰ ਸੁਖੀ ਹੈ ਅੰਦਰੋਂ, ਬੜਾ ਮਨ ਸੁਖੀ। ਜਿਹੜਾ ਸੁੱਖ ਅੱਜ ਤੱਕ ਕਦੀ ਪ੍ਰਾਪਤ ਨਹੀਂ ਸੀ ਹੋਇਆ, ਉਹ ਸੁੱਖ ਹੁਣ ਮਿਲ ਗਿਆ। ਹੁਣ ਇਹਦਾ ਮਨ ਠੰਡਾ ਹੋ ਗਿਆ, ਸ਼ੀਤਲ ਹੋ ਗਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਖਿਮਾ ਹੋ ਗਈ ਤੇਰੇ ਤੇ, ਸੱਜਣ ਤੇਰੇ ਸਾਰੇ ਤੇਰੇ ਘਰ। ਖੇਮੀ ਨੂੰ ਬਾਰੇ ਕਹਿੰਦੇ ਖੇਮੀ ਹੈ ਤੇ ਖਿਮਾ ਹੋ ਗਈ, ਤੂੰ ਬਖਸ਼ੀ ਗਈ, ਤੂੰ ਵੀ ਬਖਸ਼ੀ ਗਈ, ਇਹ ਸੱਜਣ ਵੀ ਬਖਸ਼ਿਆ ਗਿਆ ਤੇ ਸਾਰੇ ਦਾ ਸਾਰਾ ਘਰ ਬਖਸ਼ਿਆ ਗਿਆ। ਮਾਈ ਕਹਿੰਦੀ ਆ ਨੈਣ ਚੱਕ ਕੇ ਚਪੇਰੇ ਤੱਕ ਕੇ ਆਸੇ ਪਾਸੇ, ਉਹ ਕਹਿੰਦੀ ਆ ਸਾਰੇ ਬਖਸ਼ੇ ਗਏ, ਫਿਰ ਤੂੰ ਕੌਣ ਹੈ? ਅੱਗੇ ਕਹਿੰਦੀ ਤੂੰ ਫਕੀਰ ਹੈ। ਸਵਾਲ ਕਰਦੀ ਖੇਮੀ ਮਾਈ, ਕਹਿੰਦੀ ਤੂੰ ਕੌਣ ਹੈ? ਤੂੰ ਕੋਈ ਫਕੀਰ ਹੈ? ਨਹੀਂ। ਫਿਰ ਆਪੇ ਹੀ ਮਨ ਚ ਸੋਚਦੀ ਹੈ ਤੇ ਬੋਲਦੀ ਹੈ। ਮਹਾਰਾਜ ਜਵਾਬ ਨਹੀਂ ਦਿੰਦੇ, ਫਿਰ ਆਪ ਹੀ ਕਹਿੰਦੀ ਨਹੀਂ, ਤੂੰ ਕੋਈ ਆਪ ਹੈ, ਤੂੰ ਆਪ ਹੈ, ਆਪ ਤੋਂ ਪਾਪ ਤੋਂ ਰੱਬ ਹੈ। ਫਿਰ ਉਸ ਤੋਂ ਬਾਅਦ ਕੌਣ ਨਰਕਾਂ ਦੇ ਬਲ ਤੇ ਭਾਵ ਨੂੰ ਬੁਝਾ ਸਕਦਾ ਹੈ? ਕੌਣ ਬੁਝਾ ਸਕਦਾ? ਨਰਕਾਂ ਦੇ ਵਿੱਚ ਜਾਂਦਿਆਂ ਨੂੰ ਕੌਣ ਬਚਾ ਸਕਦਾ ਹੈ?
फिर उस तो बाद सिर फेर के कहती है, कहती असीं बख्शे गए, सच्ची असीं बख्शे गए। लम्मा साह लैके कहती क्यों वे सज्जना, आपां सारे बख्शे गए। फिर सज्जन मुस्कुराउंदा है ਤੇ ਫਿਰ ਗੁਰੂ ਬਾਬੇ ਨੂੰ ਨਾਲ ਲੈ ਕੇ ਆਪਣੇ ਤੁਰ ਪੈਂਦਾ। ਅੱਗੇ ਅੱਗੇ ਸੱਜਣ ਤੁਰਿਆ ਜਾਂਦਾ ਹੈ, ਮਗਰ ਮਗਰ ਗੁਰੂ ਸਾਹਿਬ ਜੀ, ਭਾਈ ਮਰਦਾਨਾ ਜੀ ਸਾਰੇ ਬੜੇ ਹੈਰਾਨ ਹੁੰਦੇ ਆ। ਮਗਰ ਮਗਰ ਇਸ ਸੱਜਣ ਠੱਗ ਦੇ ਜਿੰਨੇ ਵੀ ਮਿੱਤਰ ਸਨ, ਜਿੰਨੇ ਵੀ ਇਹਦੇ ਨਾਲ ਪਾਪਾਂ ਦੇ ਭਾਗੀਦਾਰ ਸਨ, ਸਾਰੇ ਤੁਰੇ ਆਉਂਦੇ ਆ ਮਹਾਰਾਜ ਦੇ ਨਾਲ। ਤੇ ਸੱਜਣ ਨੇ ਆਪਣੇ ਸਾਰੇ ਜਿਹੜੇ ਗੁਪਤ ਕਮਰੇ ਸਨ, ਜ਼ਹਿਰ ਦੇਣ ਦੇ ਤਰੀਕੇ, ਠੱਗ ਮੋਰੀ ਇੱਕ ਸਾਸਨ ਜੜੀ ਬੂਟੀ ਹੁੰਦੀ ਹੈ ਜਿਹਨੂੰ ਸੰਘਾ ਕੇ ਠੱਗਿਆ ਜਾਂਦਾ, ਮਾਰਨ ਦੇ ਢੰਗ, ਜੂਏ ਦੀਆਂ ਖੇਡਾਂ, ਸਾਰੇ ਸ਼ੈਤਾਨ ਮਨਸੂਬੇ ਮਾਰਨ ਨੂੰ ਦੱਸਦਾ ਜਾਂਦਾ, ਤੁਰਿਆ ਜਾਂਦਾ ਕਿ ਮਹਾਰਾਜ ਮੈਂ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਮਾਰਦਾ ਹੁੰਦਾ ਸੀ, ਇਸ ਕਮਰੇ ਦੇ ਇਸ ਗੁਪਤ ਕਮਰੇ ਦੇ ਵਿੱਚ ਮੈਂ ਜ਼ਹਿਰ ਦਿੰਦਾ ਹੁੰਦਾ ਸੀ। ਇਸ ਪ੍ਰਕਾਰ ਮਾਰਨ ਨੂੰ ਦੱਸਦਾ ਜਾਂਦਾ ਹੌਲੀ ਹੌਲੀ। ਤੇ ਉੱਥੇ ਤੁਰਿਆ ਜਾਂਦਾ ਜਾਂਦਾ ਉਸ ਭੋਰੇ ਚ ਲੈ ਜਾਂਦਾ ਹੈ ਤੇ ਜਿੱਥੇ ਇੱਕ ਖੂਹ ਵਰਗਾ ਨੇ ਟੋਆ ਪੁੱਟਿਆ ਹੋਇਆ ਸੀ, ਇੱਥੇ ਹੱਡਾਂ ਦੇ ਢੇਰ ਪਏ ਆ, ਮਰੇ ਹੋਏ ਪ੍ਰਾਣੀ ਪਏ ਆ ਜਿਨ੍ਹਾਂ ਦਾ ਅਜੇ ਖੁਰਾ ਖੋਜ ਹੀ ਨਹੀਂ ਸੀ ਮਿਟਿਆ। ਬੜਾ ਹੋਰ ਸਮਾਨ ਅਲਖਾਂ ਮਕਾਉਣ ਦੇ ਦਰਸਾਏ ਗਏ, ਬੜਾ ਕੁਝ ਜਿਹੜਾ ਸੀ ਸਾਧ ਸੰਗਤ ਇੱਥੇ ਪਿਆ ਸੀ। ਇੱਥੇ ਭਿਆਨਕ ਨਕਸ਼ਾ ਜਿਹੜਾ ਸੀ ਜੀਵਾਂ ਦੇ ਘਾਤ ਹੋਣ ਦਾ ਦੇਖ ਕੇ ਭਾਈ ਮਰਦਾਨਾ ਜੀ ਦੇ ਨੈਣ ਬੰਦ ਹੋ ਗਏ ਤੇ ਇੱਕ ਚੀਕ ਜੀ ਨਿਕਲੀ, ਪਰ ਉਹ ਚੀਕ ਨਹੀਂ ਸੀ, ਉਹਦੇ ਵਿੱਚ ਸੀ ਭਾਈ ਮਰਦਾਨਾ ਜੀ ਕਹਿੰਦੇ ਆ, ਧੰਨ ਗੁਰੂ ਨਾਨਕ ਤੂੰ ਧੰਨ ਹੈ, ਧੰਨ ਗੁਰੂ ਨਾਨਕ ਤੂੰ ਧੰਨ ਹੈ, ਇਹ ਸ੍ਰਿਸ਼ਟੀ ਦੇ ਕਾਰਨਹਾਰ ਤੂੰ ਧੰਨ ਹੈ, ਇਸ ਸ੍ਰਿਸ਼ਟੀ ਨੂੰ ਬਚਾਉਣ ਵਾਲਿਆ ਤੂੰ ਧੰਨ ਹੈ, ਦੁਖੀਆਂ ਦੇ ਦਰਦਾਂ ਨੂੰ ਹਰਨ ਵਾਲਿਆ ਗੁਰੂ ਨਾਨਕ ਤੂੰ ਧੰਨ ਹੈ, ਤਰਾਣ ਕਰਤ ਹੈ, ਮੈਂ ਤੇਰੇ ਨਾਲ ਮਿੱਤਰਾਂ ਵਾਂਗੂ ਬਰਾਬਰੀਆਂ ਕਰ ਲੈਂਦਾ। ਦਾਤਾ ਤੂੰ ਕੀ ਹੈ, ਕੌਣ ਹੈ ਜੋ ਮਨੁੱਖ ਦੀ ਪੀੜਾ ਨੂੰ ਸਮਝਦਾ। ਕਿਕੂ ਆਪਣੀ ਜਿੰਦ ਹੂਲ ਕੇ ਮੌਤ ਦੇ ਘੁਰਿਆਂ ਵਿੱਚ ਨਿਸ਼ਾਂਗਾ ਵੜਦਾ। ਭਾਈ ਮਰਦਾਨਾ ਜੀ ਕਹਿੰਦੇ ਆ, ਮਹਾਰਾਜ ਗੁਰੂ ਨਾਨਕ ਸਾਹਿਬ, ਮੈਂ ਤੇ ਤੁਹਾਨੂੰ ਮਿੱਤਰਾਂ ਦੇ ਵਾਂਗੂ ਸਮਝਦਾ, ਪਰ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ। ਤੁਸੀਂ ਤੇ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਭੈ ਤੋਂ ਨਿਸ਼ੰਗ, ਬਿਨਾਂ ਕਿਸੇ ਡਰ ਤੋਂ ਤੁਸੀਂ ਸਿੱਧੇ ਆਣ ਵੜਦੇ ਹੋ ਮੌਤ ਦੇ ਵਿੱਚ। ਕਿ ਕਿਕੂ ਕਸ਼ਟਣੀਆਂ ਨੂੰ ਮਾਰਦਾ, ਕਿਵੇਂ ਤੂੰ ਆ ਕੇ ਕਸ਼ਟ ਕੱਢਦਾ ਹੈ ਲੋਕਾਂ ਦੇ, ਜਗਤ ਦੇ ਦੁੱਖਾਂ ਨੂੰ ਦੂਰ ਕਰਦਾ ਹੈ। ਮੈਂ ਜਾਣਦਾ ਹਾਂ ਭੁੱਲ ਕਰਨ ਲੱਗੇ ਹੋ, ਤੁਸੀਂ ਖਬਰੇ ਕੀ ਗਜਬ ਦਾ ਫਜ਼ਲ ਕਰਨ ਲੱਗ ਜਾਂਦੇ ਹੋ। ਕਹਿੰਦਾ ਮੈਂ ਨਹੀਂ ਤੁਹਾਡੀ ਇਸ ਕਲਾ ਨੂੰ ਸਮਝ ਸਕਿਆ ਅੱਜ ਤੱਕ ਗੁਰੂ ਨਾਨਕ ਸਾਹਿਬ। ਇਹ ਭਾਈ ਮਰਦਾਨਾ ਜੀ ਕਹਿੰਦੇ ਆ, ਕਹਿੰਦੇ ਹਾਏ ਰਾਜਾ ਇਸ ਕਤਲਗਾਹ ਨੂੰ ਨਹੀਂ ਲੱਭ ਸਕਿਆ, ਪ੍ਰਜਾ ਇਸ ਦੀ ਅਲਖ ਨਹੀਂ ਮੁਕਾ ਸਕੀ, ਤੂੰ ਕਿਕੂ ਇਸ ਨੂੰ ਘਰ ਬੈਠਿਆਂ ਤਾੜ ਲਿਆ। ਹੁਣ ਸਾਧ ਸੰਗਤ, ਹੁਣ ਉਸ ਜਗ੍ਹਾ ਦਾ ਇੱਕ ਰਾਜਾ ਵੀ ਹੋਏਗਾ, ਤੁਲੰਬਾ ਸ਼ਹਿਰ ਹੈ ਜਿੱਥੋਂ ਦਾ ਰਹਿਣ ਵਾਲਾ ਸੀ, ਤੇ ਤੁਲੰਬਾ ਦਾ ਰਾਜਾ ਵੀ ਹੋਏਗਾ ਉੱਥੋਂ ਦਾ, ਉਹ ਸ਼ਹਿਰ ਦਾ। ਤੇ ਭਾਈ ਮਰਦਾਨਾ ਜੀ ਕਹਿੰਦੇ ਤੁਲੰਬੇ ਸ਼ਹਿਰ ਦਾ ਰਾਜਾ ਵੀ ਨਹੀਂ ਲੱਭ ਸਕਿਆ, ਇਸ ਠੱਗ ਨੂੰ ਜਾਣ ਨਹੀਂ ਸਕਿਆ, ਇੱਥੋਂ ਦੇ ਲੋਕ ਵੀ ਨਹੀਂ ਜਾਣ ਸਕੇ, ਤਾੜ ਸਕੇ ਇਹਨੂੰ, ਪਰ ਮਹਾਰਾਜ ਤੁਸੀਂ ਘਰ ਬੈਠਿਆ ਇਹਦੇ ਬਾਰੇ ਜਾਣ ਲਿਆ। ਕਿੰਨੇ ਕਲਾਵਾਨ ਹੋ ਤੁਸੀਂ, ਘਰ ਬੈਠਿਆ ਪਛਾਣ ਗਏ ਕਿ ਇੱਥੇ ਇੱਕ ਸੱਜਣ ਹੈ ਜਿਹੜਾ ਲੋਕਾਂ ਨੂੰ ਪਾਪ ਦੇ ਨਾਲ ਲੋਕਾਂ ਨੂੰ ਮਾਰਦਾ ਹੈ, ਠੱਗਦਾ। ਸਤਿਗੁਰ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਭਾਈ ਮਰਦਾਨਾ ਜੀ ਕਹਿੰਦੇ ਆ। ਫਿਰ ਕਹਿੰਦੇ ਆ ਕਿਕੂ ਸੇਧ ਤੇ ਆ ਪੁੱਜੇ, ਸਿੱਧੇ ਕਹਿੰਦੇ ਉੱਥੇ ਹੀ ਪੁੱਜ ਗਏ, ਨਾ ਕਿਸੇ ਤੋਂ ਪਤਾ ਪੁੱਛਿਆ, ਸਿੱਧੇ ਉਸ ਜਗ੍ਹਾ ਤੇ ਆ ਗਏ। ਫਿਰ ਉਸ ਤੋਂ ਬਾਅਦ ਕਹਿੰਦੇ ਕਿ ਇੰਨਾ ਤਾਂ ਤੁਸੀਂ ਜਾਣ ਲਿਆ ਕਿ ਘੋਰ ਪਾਪੀਆਂ ਨੂੰ ਜੋ ਤੇਰੇ ਕਤਲ ਦੇ ਮਸੂਬੇ ਬਣ ਰਹੇ ਸਨ, ਉਹਨਾਂ ਨੂੰ ਜਗਾਇਆ ਤੂੰ ਆ ਕੇ, ਜਿਹੜੇ ਤੈਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਸੀ, ਤੇ ਤੂੰ ਉਹਨਾਂ ਨੂੰ ਆਣ ਕੇ ਜਗਾ ਦਿੱਤਾ। ਕਿਕੂ ਇਹਨਾਂ ਨੂੰ ਫਾਹੇ ਨਹੀਂ ਮਾਰਨ ਨੂੰ ਕਹਿੰਦਾ ਕਿ ਤੁਸੀਂ ਫਾਹ ਕਿਉਂ ਨਹੀਂ ਦੇ ਦਿੱਤਾ ਇਹਨਾਂ ਨੂੰ, ਪਰ ਇਹਨਾਂ ਦੀਆਂ ਰੂਹਾਂ ਨੂੰ ਸਾਈਂ ਵੱਲ ਮੋੜਿਆ। ਤੂੰ ਕੌਣ ਹੈ ਦਾਤਾ, ਤੂੰ ਕੌਣ ਹੈ, ਮੈਂ ਨਹੀਂ ਸਿਆਣਦਾ, ਨਹੀਂ ਸਿਆਣਦਾ, ਜਿੱਥੇ ਬਖਸ਼ੇ ਨਹੀਂ ਮੈਂ ਨਾ ਕਦਰੇ ਨੂੰ ਵੀ ਬਖਸ਼ ਦੇ ਆਖ ਫਜ਼ਲ। ਇਸ ਪ੍ਰਕਾਰ ਇਹ ਭਾਈ ਮਰਦਾਨਾ ਜੀ ਨਿਮਰਤਾ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਅੱਗੇ ਬੇਨਤੀਆਂ ਕਰਨ ਲੱਗ ਪਏ। ਕਹਿੰਦੇ ਮਹਾਰਾਜ ਮੈਂ ਨਹੀਂ ਜਾਣ ਸਕਦਾ, ਲੋਕ ਆਪਣੇ ਵਿਰੁੱਧ ਸਾਜ਼ਿਸ਼ਾਂ ਘੜਨ ਵਾਲਿਆਂ ਨੂੰ ਕਤਲ ਕਰਵਾ ਦਿੰਦੇ ਆ, ਪਰ ਮਹਾਰਾਜ ਤੁਸੀਂ ਐਸੇ ਹੋ, ਇਹ ਤੁਹਾਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜਦੇ ਆ, ਪਰ ਤੁਸੀਂ ਇਹਨਾਂ ਦੀ ਰੂਹ ਨੂੰ ਸ਼ਾਂਤ ਕਰ ਦਿੱਤਾ। ਧੰਨ ਹੋ ਗੁਰੂ ਨਾਨਕ ਸਾਹਿਬ, ਮੈਂ ਤੁਹਾਨੂੰ ਜਾਣ ਨਹੀਂ ਸਕਿਆ, ਕਿਰਪਾ ਕਰੋ ਮੇਰੇ ਤੇ, ਫਜ਼ਲ ਕਰੋ ਮੇਰੇ ਉੱਤੇ, ਰਹਿਮਤ ਕਰੋ, ਮੈਂ ਤੁਹਾਨੂੰ ਸਮਝ ਸਕਾਂ, ਮੈਂ ਤੁਹਾਨੂੰ ਸਿਆਣ ਸਕਾਂ, ਮੈਂ ਤੁਹਾਨੂੰ ਸਿਆਣਦਾ ਨਹੀਂ। ਸਤਿਗੁਰਾਂ ਦੇ ਆਪਣੇ ਨੈਣ ਮਰਦਾਨੇ ਦੀ ਇਸ ਪਿਆਰ ਦੀ ਪੰਘਰ ਨੂੰ ਦੇਖ ਕੇ ਭਰੇ।
फिर भर डुल्ले ते सिर छाती नाल घुट लिया ते बोले धन गुरु नानक साहब कहंदे आ दरगाह दे फजल कि तुसीं दरगाह दे विच प्रवान होए। फिर दिन हो गया, दिन चढ़ गया, हुण रात इसे प्रकार लंघ गई है। साध संगत सारी रात दा दृश्य आप जी दे सामने भाई वीर सिंह जी ने पेश कीता कि सज्जन सौण लगदा है, उस तो बाद दी सारी घटना कि किवें किवें सारे दास आके चरनी पैंदे आ। ते इस तो बाद हुण दिन चढ़ गया है, सारा घर घुमा दिता है सज्जन ने अपना कि इत्थे मैं लोकां नूं मारदा सी, वढदा सी, सजा दिंदा सी, ठगदा सी, जहर दिंदा सी, सारा कुछ दस दिता है। हुण दिन चढ़ गया, सज्जन सारा धन वंड रिहा, चेते कर कर दूर दूर भेज रिहा, माल मते लोकां दे घरी। हुण जिन्ना भी घर च धन माल सी सारा सज्जन वंडण लग गया। एक पासे घर ढह रिहा ते दूजे पासे माल मंडीच रिहा। आप दे सारे साथी धन करतार दा उच्चारण कर रहे, आप भी सज्जन धन करतार कह रहे, ते गुरु नानक साहब भी धन करतार कह रहे, ते नाल दे सज्जन दे साथी भी धन करतार कह रहे। हुण शहर च धाक पै गई, रौला पै गया कि सज्जन ठग सिद्धा हो गया, हो साध हो गया। सरकारी ऐदीए कोतवाल ते होर सिर करदे उदास ते निराश हो रहे सन कि ਇਹ ਸੱਜਣ ਦੇ ਸਾਰੇ ਯਾਰ ਸਨ। ਉਹਨਾਂ ਨੂੰ ਸਰਕਾਰੀ ਤਲਬਾਂ ਨਾਲੋਂ ਵਧੇਕ ਗੱਫੇ ਸੱਜਣ ਦੇ ਘਰੋਂ ਪੜਦੇ ਸਨ, ਕਿਉਂਕਿ ਸਾਧ ਸੰਗਤ ਉਸ ਸਮੇਂ ਦੇ ਜਿਹੜੇ ਸਰਕਾਰੀ ਲੋਕ ਸਨ ਉਹ ਵੀ ਸੱਜਣ ਦੇ ਘਰੋਂ ਧਨ ਪ੍ਰਾਪਤ ਕਰਦੇ ਸਨ, ਕਿਉਂਕਿ ਸੱਜਣ ਉਹਨਾਂ ਨੂੰ ਵੀ ਵੱਢੀ ਦਿੰਦਾ ਸੀ। ਇੱਥੋਂ ਸਾਨੂੰ ਪਤਾ ਲੱਗਦਾ ਹਾਲਾਤ ਉਦੋਂ ਵੀ ਇਸੇ ਤਰ੍ਹਾਂ ਦੇ ਸੀ ਤੇ ਅੱਜ ਵੀ ਉਸੇ ਤਰ੍ਹਾਂ ਦੇ ਆ। ਕਈ ਸੱਜਣ ਅੱਜ ਵੀ ਤੁਰੇ ਫਿਰਦੇ ਆ ਠੱਗ ਬਣ ਕੇ, ਤੇ ਕਈ ਉਹਨਾਂ ਦਾ ਪੱਖ ਪੂਰਨ ਵਾਲੇ ਜਿਹੜੇ ਸਰਕਾਰੀ ਦਰਬਾਰੇ ਬੈਠੇ ਆ ਉਹ ਵੀ ਬੈਠੇ ਅੱਜ ਵੀ ਉਸੇ ਪ੍ਰਕਾਰ। ਤੇ ਹੁਣ ਉਹ ਨਿਰਾਸ਼ ਆ ਸਰਕਾਰੀ ਲੋਕ ਕਿ ਸਾਡੇ ਕੋਲ ਧਨ ਪਹੁੰਚਦਾ ਹੁੰਦਾ ਸੱਜਣ ਦੇ ਕੋਲੋਂ, ਤੇ ਹੁਣ ਸੱਜਣ ਜਿਹੜਾ ਉਹ ਧਨ ਲੋਕਾਂ ਨੂੰ ਵੰਡੀ ਜਾ ਰਿਹਾ। ਸੱਜਣ ਸਿੱਧਾ ਹੋ ਗਿਆ। ਉਹ ਜਾਣਦੇ ਸਨ ਸੱਜਣ ਦੀਆਂ ਕਰਤੂਤਾਂ, ਪਰ ਭਾਈਵਾਲ ਸਨ ਸਾਰੇ ਸੱਜਣ ਦੇ, ਸੱਜਣ ਦੀ ਖੋਟੀ ਕਮਾਈ ਦੇ ਭਾਈਵਾਲ ਸਨ। ਇਸ ਕਰਕੇ ਪਕੜਦੇ ਨਹੀਂ ਸੀ ਸੱਜਣ ਨੂੰ, ਕਿਉਂਕਿ ਉਹਨਾਂ ਨੂੰ ਪਤਾ ਸੀ ਸਾਰਾ ਵਾੜ ਖੇਤ ਨੂੰ ਖਾ ਰਹੀ ਸੀ। ਇੱਥੇ ਅੱਜ ਵੀ ਹਾਲਾਤ ਇਸੇ ਤਰ੍ਹਾਂ ਦੇ, ਵਾੜ ਖੇਤ ਨੂੰ ਖਾਂਦੀ ਪਈ ਹੈ। ਤੇ ਪਹਿਰੂਏ ਬਟਮਾਰਾਂ ਦੇ ਠੱਗਾਂ ਦੇ ਯਾਰ ਸਨ ਸਾਰੇ, ਚੋਰ ਦੇ ਤਲਬਦਾਰ ਸਨ, ਕੋਤਵਾਲ ਤੇ ਸਿਪਾਹੀ ਸਾਰੇ ਦੇ ਸਾਰੇ। ਗੁਰੂ ਬਾਬਾ ਇੱਕ ਟਿਕਾਣੇ ਜਾ ਕੇ ਬਹਿ ਗਿਆ, ਗੁਰੂ ਨਾਨਕ ਸਾਹਿਬ ਇੱਕ ਟਿਕਾਣੇ ਤੇ ਬਹਿ ਗਏ। ਸ੍ਰਿਸ਼ਟੀ ਦਰਸ਼ਨਾਂ ਨੂੰ ਭੱਜੀ ਆ ਰਹੀ ਸੀ, ਲੋਕ ਦਰਸ਼ਨਾਂ ਵਾਸਤੇ ਆ ਰਹੇ ਸੀ। ਮਰਦਾਨਾ ਜੀ ਕੀਰਤਨ ਕਰਨ ਲੱਗ ਗਏ, ਆਪ ਨੂਰ ਤੇ ਤਖਤ ਤੇ ਬੈਠੇ ਮਿਹਰਾਂ ਦਾਨ ਕਰ ਰਹੇ ਸਨ। ਸੱਜਣ ਨੇ ਘਰ ਦੀ ਧਰਮਸ਼ਾਲਾ ਬਣਾਈ। ਹਾਫਜ਼ਾਬਾਦ ਵਾਲੀ ਜਨਮ ਸਾਖੀ ਦੇ ਵਿੱਚ ਲਿਖਿਆ ਕਿ ਸੱਜਣ ਗੁਰੂ ਲੱਗਾ ਜਪਣ, 9 ਤਰੀਕ ਇੱਕ ਸਿੱਖ ਹੋਇਆ। ਪਹਿਲੀ ਧਰਮਸ਼ਾਲਾ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਬੱਧੀ ਹੈ, ਭਾਵ ਪਹਿਲਾ ਗੁਰਦੁਆਰਾ ਤੁਲੰਬੇ ਦੇ ਵਿੱਚ, ਤੁਲੰਬੇ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਣਾਇਆ। ਹਾਂਜੀ, ਧਰਮਸ਼ਾਲੀਆ ਸੱਜਣ ਹੋਇਆ ਪਹਿਲਾ। ਕੀਤੇ ਪਾਪਾਂ ਤੋਂ ਪੈ ਗਈ ਅੱਗ, ਨਾਮ ਨਾਲ ਦੂਰ ਨਾ ਹੋਈ, ਸਭ ਕੋਈ ਜਾਣਦਾ ਹੈ ਭਾਈ ਪਰ ਬੇਖਿਆਲੇ, ਸਭ ਦੇ ਮੂੰਹੋਂ ਨਿਕਲਦਾ ਹੈ ਸੱਜਣ ਠੱਗ। ਕਿਉਂਕਿ ਸਾਥ ਦੀ ਗੱਲ ਪੈ ਜਾਂਦੀ ਹੈ। ਇਸੇ ਪ੍ਰਕਾਰ ਆਪਾਂ ਜਦੋਂ ਸਾਖੀ ਸੁਣਾਉਣੀ ਹੁੰਦੀ ਹੈ ਤੇ ਆਪਾਂ ਵੀ ਕਹਿ ਦਿੰਦੇ ਸੱਜਣ ਠੱਗ ਦੀ ਸਾਖੀ, ਪਰ ਸੱਜਣ ਠੱਗ ਨਹੀਂ ਆ ਗਿਆ, ਉਹ ਸੱਜਣ ਭਾਈ ਸੱਜਣ ਹੋ ਗਏ। ਇਸੇ ਕਰਕੇ ਭਾਈ ਵੀਰ ਸਿੰਘ ਜੀ ਨੇ ਪਰ ਅੰਗ ਪੈ ਗਈ, ਹੁਣ ਤੇ ਉਹ ਭਾਈ ਹੋ ਗਿਆ, ਪਰ ਅਸੀਂ ਤਾਂ ਵੀ ਇਹਨੂੰ ਸੱਜਣ ਠੱਗ ਕਹਿੰਦੇ ਹਾਂ। ਲੱਗ ਗਏ ਜਿਹੜੇ ਲੱਗ ਗਏ ਜ਼ਖਮ ਰਾਜੀ ਹੋ ਜਾਂਦੇ ਹਨ, ਮਿਲ ਜਾਂਦੇ ਹਨ ਘਾਓ, ਪਰ ਲੱਗੇ ਫੱਟਾਂ ਦੇ ਨਿਸ਼ਾਨ ਪਏ ਤੇ ਘਾਵਾਂ ਦੇ ਦਾਗ ਰਾਜੀ ਹੋ ਗਿਆ ਵੀ ਨਹੀਂ ਜਾਂਦੇ। ਭਾਈ ਵੀਰ ਸਿੰਘ ਨੇ ਠੀਕ ਆ, ਕਿਸੇ ਦੇ ਸੱਟ ਲੱਗੀ ਹੋਵੇ ਸੱਟ ਠੀਕ ਹੋ ਜਾਂਦੀ ਆ, ਪਰ ਉਸ ਸੱਟ ਦੇ ਤੇ ਜਿਹੜਾ ਘਾਵ ਹੁੰਦਾ ਹੈ ਨਾ, ਜਿਹੜਾ ਨਿਸ਼ਾਨ ਪੈ ਜਾਂਦਾ, ਉਹ ਕਦੀ ਵੀ ਠੀਕ ਨਹੀਂ ਹੁੰਦਾ, ਉਸੇ ਤਰ੍ਹਾਂ ਰਹਿੰਦਾ ਹੈ। ਇਸ ਕਰਕੇ ਭਾਈ ਸੱਜਣ ਦੇ ਨਾਮ ਦੇ ਨਾਲ ਅੱਜ ਵੀ ਸੱਜਣ ਠੱਗ ਸ਼ਬਦ ਜਿਹੜਾ ਉਹ ਜੁੜ ਗਿਆ। ਇਸੇ ਪ੍ਰਕਾਰ ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੱਜਣ ਨੂੰ ਤਾਰ ਕੇ ਗੁਰੂ ਜੀ ਤੁਰਨ ਦੇ ਲਈ ਤਿਆਰ ਹੋ ਗਏ ਆ, ਤੇ ਸੱਜਣ ਨੇ ਬੇਨਤੀ ਕੀਤੀ ਆ ਕਿ ਪਾਤਸ਼ਾਹ ਆਪ ਚੱਲਿਓ, ਮੈਂ ਅਜੇ ਆਪ ਦੇ ਘਰੇ ਜਨਮਿਆ ਨਿੱਕਾ ਜਿਹਾ ਬੱਚਾ। ਮਹਾਰਾਜ ਮੈਂ ਤੇ ਤੁਹਾਡੇ ਘਰ ਚ ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਮਹਾਰਾਜ ਮੈਂ ਤੇ ਤੁਹਾਡੇ ਘਰ ਦੇ ਵਿੱਚ ਜਨਮਿਆ ਇੱਕ ਨਿੱਕਾ ਜਿਹਾ ਬੱਚਾ ਆ, ਤੇ ਧੰਨ ਗੁਰੂ ਨਾਨਕ ਸਾਹਿਬ ਤੁਸੀਂ ਤੇ ਚੱਲੇ ਹੋ, ਤੇ ਮੈਂ ਤੁਹਾਡੇ ਘਰ ਦਾ ਇੱਕ ਨਿੱਕਾ ਜਿਹਾ ਬੱਚਾ ਹਾਂ, ਮੇਰੇ ਸਿਰ ਤੇ ਆਪ ਦਾ ਹੱਥ ਚਾਹੀਦਾ ਹੈ, ਵਿਛੜੀ ਕਿੰਝ ਜੀਵਾਂਗਾ। ਮਹਾਰਾਜ ਮੈਂ ਤੁਹਾਡੇ ਤੋਂ ਵਿਛੜ ਕੇ ਕਿਵੇਂ ਜੀਵਾਂਗਾ,
ਮੈਨੂੰ ਕਿਰਪਾ ਕਰੋ। ਤੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ, ਸੱਜਣਾ ਤੇਰੇ ਸਿਰ ਤੇ ਕਰਤਾਰ ਦਾ ਹੱਥ ਹੋਵੇਗਾ। ਤੂੰ ਘੋਰ ਪਾਪ ਕੀਤੇ, ਤੂੰ ਛੋਹਣੇ ਯੋਗ ਨਹੀਂ ਸੈਂ, ਪਰ ਉਹ ਜੋ ਖੂਹ ਵਿੱਚ ਡਿੱਗ ਪੈਣ ਤੇ ਫਿਰ ਨਿਕਲ ਆਉਣ ਸੁਭਾਗੇ ਹਨ। ਮਹਾਰਾਜ ਕਹਿੰਦੇ ਜੇ ਕੋਈ ਡਿੱਗ ਪਵੇ ਖੂਹ ਦੇ ਵਿੱਚ, ਉਸ ਖੂਹ ਚੋਂ ਨਿਕਲ ਆਵੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਉਹ ਸੁਭਾਗਾ ਹੁੰਦਾ, ਵੱਡਿਆਂ ਭਾਗਾਂ ਵਾਲਾ ਹੁੰਦਾ। ਪਾਪਾਂ ਦੇ ਅੰਧਕਾਰ ਵਿੱਚ ਨੈਣਹੀਨ ਸੁਖੱਲੇ ਚਲੇ ਜਾਂਦੇ ਹਨ, ਪਰ ਜੇ ਨੈਣੋਂ ਮੁਨਾਖੇ ਲੱਖ ਲੈਣ ਕੇ ਅੰਧਕਾਰ ਵਿੱਚ ਜਾ ਪਏ, ਹਾਂ ਤੇ ਨਿਕਲ ਆਉਣ ਉਹ ਧਨ ਹਨ। ਮਹਾਰਾਜ ਕਹਿੰਦੇ ਜੇ ਭਾਈ ਕਿਸੇ ਦੇ ਕੋਈ ਨੈਣਹੀਨ ਅੰਧਕਾਰ ਦੇ ਵਿੱਚ ਚਲਾ ਜਾਵੇ, ਹਨੇਰੇ 'ਚ ਚਲਾ ਜਾਵੇ, ਤੇ ਮਹਾਰਾਜ ਕਹਿੰਦੇ ਉਹ ਤੇ ਚਲੋ ਕੋਈ ਗੱਲ ਨਹੀਂ, ਚਲਾ ਗਿਆ, ਉਹਦਾ ਕੋਈ ਕਸੂਰ ਨਹੀਂ। ਪਰ ਜੇ ਕਿਸੇ ਦੇ ਅੱਖਾਂ ਵੀ ਹੋਣ ਪਰ ਉਹ ਫਿਰ ਵੀ ਹਨੇਰੇ 'ਚ ਚਲਾ ਜਾਵੇ, ਉਹ ਮਾੜਾ ਹੈ। ਪਰ ਜੇ ਅੱਖਾਂ ਹੁੰਦੀਆਂ ਹਨੇਰੇ 'ਚ ਜਾ ਕੇ ਵਾਪਸ ਆ ਜਾਵੇ, ਤੇ ਮਹਾਰਾਜ ਕਹਿੰਦੇ ਉਹ ਧਨ ਹੈ, ਉਹ ਚੰਗਾ ਹੈ। ਤੇਰੇ ਤੇ ਕਰਤਾਰ ਦੀ ਮਿਹਰ ਹੋਈ ਹੈ ਸੱਜਣਾ, ਜੋ ਤੂੰ ਅਗਿਆਨ ਦੇ ਅੰਧਕਾਰ ਚੋਂ ਨਾ ਨਿਰਾ ਨਿਕਲ ਆਇਆ ਹੈ, ਸਗੋਂ ਸੁਜਾਗਾ ਹੋਇਆ ਹੈ। ਮਹਾਰਾਜ ਕਹਿੰਦੇ ਤੂੰ ਅੰਧਕਾਰ ਚੋਂ ਨਿਕਲਿਆ ਨਹੀਂ, ਤੂੰ ਸੁਜਾਗਾ ਵੀ ਹੋ ਗਿਆ। ਤੈਨੂੰ ਦਿਸ ਪਿਆ ਹੈ ਪਾਪ ਬੁਰਾ ਹੈ। ਤੈਨੂੰ ਹੁਣ ਪਤਾ ਲੱਗ ਗਿਆ ਸੱਜਣਾ ਕਿ ਪਾਪ ਬੁਰਾ ਹੈ, ਤੇ ਪਾਪ ਪਾਪੀ ਨੂੰ ਪਿਆਰਾ ਲੱਗਦਾ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਸਤਿਗੁਰਾਂ ਦੀ ਬਾਣੀ ਦਾ ਉਪਦੇਸ਼ ਹੈ। ਮਹਾਰਾਜ ਕਹਿੰਦੇ ਤੈਨੂੰ ਹੁਣ ਪਤਾ ਲੱਗ ਗਿਆ ਕਿ ਪਾਪ ਬੁਰਾ ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ। ਪਰ ਤੂੰ ਹੁਣ ਵੈਰੀ ਜਾਣ ਕੇ ਦੁਪਹਿਰ ਆਰਾ ਕੀਤਾ ਹੈ। ਹੁਣ ਤੇਰੇ ਅੰਦਰ ਜੋ ਕੰਮ ਕਰਨ ਦੀ ਤਾਕਤ ਹੈ, ਜੋ ਬੁਰੇ ਪਾਸੇ ਲਾਈ ਹੋਈ ਸੀ, ਸਾਈਂ ਭਲੇ ਪਾਸੇ ਲਾ ਦੇ। ਮਹਾਰਾਜ ਕਹਿੰਦੇ ਤੇਰੇ ਅੰਦਰ ਜਿਹੜੀ ਪੁੱਠੇ ਕੰਮਾਂ ਕਰਨ ਦੀ ਆਦਤ ਸੀ ਨਾ, ਉਹ ਤੋਂ ਚੰਗੇ ਕੰਮ ਕਰਨ ਵਾਲੇ ਪਾਸੇ ਲਾ ਦੇ। ਨਾਮ ਜਪ, ਨਾਮ ਜਪਿਆ ਕਰੀ, ਬਾਣੀ ਦੀ ਟੇਕ ਰੱਖੀ, ਧਰਮਸਾਲ ਵਿੱਚ ਬੈਠ ਕੇ ਨੇਕੀ ਕਰੀ, ਨਾਮ ਜਪੀ ਤੇ ਨਾਮ ਜਪਾਈ, ਤੇ ਆਏ ਗਏ ਦੀ ਸੇਵਾ ਕਰੀ, ਨੰਗੇ ਭੁੱਖੇ ਦੁਖੀ ਦਰਦ ਵਾਣੇ ਦੀ ਸੇਵਾ ਕਰੀ। ਜਿਵੇਂ ਅੱਗੇ ਫੱਟ ਲਾਉਂਦਾ ਸੈਂ, ਹੁਣ ਮਲਮ ਲਾਈ, ਕਰਤਾਰ ਤੇਰਾ ਭਲਾ ਕਰੇਗਾ। ਮਹਾਰਾਜ ਕਹਿੰਦੇ ਅੱਗੇ ਤੂੰ ਵੜਦਾ ਸਾਂ, ਫੱਟ ਲਾਉਣਾ ਸਾਂ, ਹੁਣ ਤੂੰ ਫੱਟਾਂ ਦੇ ਉੱਤੇ ਮਲਮ ਲਾਈ, ਕਰਤਾਰ ਭਲੀ ਕਰੇਗਾ ਸੱਜਣਾ। ਤੇ ਸੱਜਣ ਕਹਿੰਦਾ ਹੈ ਕਿ ਆਪ ਜੀ ਦੀਆਂ ਅਸੀਸਾਂ ਮੈਨੂੰ ਪਾਲਣਗੀਆਂ, ਪਰ ਦਾਤਾ ਮੈਂ ਨਿਤਾਣਾ ਹਾਂ। ਮਹਾਰਾਜ ਮੈਂ ਨਿਤਾਣਾ ਹਾਂ, ਡਰਦਾ ਹਾਂ ਕਿ ਫੇਰ ਨਾ ਤਿਲਕ ਪਵਾਂ ਕਿਤੇ। ਹੁੰਦਾ ਹੈ ਨਾ ਸਾਧ ਸੰਗਤ, ਕਈ ਵਾਰੀ ਸੁਧਰ ਵੀ ਜਾਂਦੇ ਆ, ਪਰ ਫੇਰ ਤਿਲਕਣਬਾਜ਼ੀ ਸੰਸਾਰ ਦੀ ਫੇਰ ਤਿਲਕ ਜਾਂਦੇ ਆ। ਤੇ ਕਹਿੰਦਾ ਮਹਾਰਾਜ ਜੀ ਮੈਨੂੰ ਡਰ ਹੈ ਕਿਤੇ ਫੇਰ ਨਾ ਤਿਲਕ ਪਾਵਾਂ। ਕੂੰਜ ਦੇ ਬੱਚਿਆਂ ਵਾਂਗੂ ਮੈਨੂੰ ਯਾਦ ਰੱਖੋਗੇ ਤਾਂ ਆਪ ਦੇ ਦੱਸੇ ਨਵੇਂ ਜੀਵਨ ਵਿੱਚ ਪਲ ਖਲੋਵਾਂਗਾ। ਮਹਾਰਾਜ ਜਿਵੇਂ ਕੂੰਜ ਦੂਰ ਹੁੰਦੀ ਆ, ਆਪਣੇ ਬੱਚਿਆਂ ਨੂੰ ਯਾਦ ਰੱਖਦੀ ਹੈ, ਮਹਾਰਾਜ ਮੈਨੂੰ ਆਪਣੇ ਬੱਚੇ ਨੂੰ ਯਾਦ ਰੱਖੋਗੇ। ਜੇ ਤੁਸੀਂ ਮੈਨੂੰ ਯਾਦ ਰੱਖੋਗੇ ਤੇ ਮੈਂ ਆਪਣੇ ਆਪ ਪਲ ਪਵਾਂਗਾ, ਮੈਂ ਆਪਣੇ ਆਪ ਸਿੱਧਾ ਹੋ ਜਾਵਾਂਗਾ। ਫਿਰ ਨੈਣ ਭਰ ਕੇ ਹੱਥ ਜੋੜ ਕੇ ਸੱਜਣ ਕਹਿੰਦਾ ਹੈ ਜਿਵੇਂ ਰਜਾ ਦਾਤਾ, ਪਰ ਇਹ ਦਾਤਾ ਫੇਰ ਕਦੋਂ ਆਪਣਾ ਮਿਲਾਪ ਹੋਏਗਾ। ਫਿਰ ਅਥਰੂ ਡਿੱਗ ਪਏ ਅੱਖਾਂ ਦੇ ਵਿੱਚੋਂ ਸੱਜਣ ਦੇ, ਤੇ ਫੇਰ ਕਦੇ ਦਾਤਾ, ਫੇਰ ਕਦੇ ਦਰਸ਼ਨ। ਇਸ ਤਰ੍ਹਾਂ ਕਹੀ ਜਾ ਰਿਹਾ ਕਿ ਮਹਾਰਾਜ ਫੇਰ ਕਦੋਂ ਦਰਸ਼ਨ ਹੋਣਗੇ ਗੁਰੂ ਨਾਨਕ ਸਾਹਿਬ, ਫੇਰ ਕਦੋਂ ਦਿਖਾਂਗਾ ਤੁਹਾਨੂੰ। ਇਸੇ ਪ੍ਰਕਾਰ ਕਹੀ ਜਾ ਰਿਹਾ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਰਤਾਰ ਭਲੀ ਕਰੇਗਾ ਸਤਿਨਾਮ, ਕਰਤਾਰ ਭਲੀ ਕਰੇਗਾ। ਸ਼ੁਕਰ 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 ਆਖਦਿਆਂ ਸੱਜਣ ਨੇ ਮੱਥਾ ਟੇਕਿਆ। ਉਹਦੇ ਅਥਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਜਾ ਪਏ। ਕਹਿੰਦੇ ਆ ਕਿ ਜੋ ਮੁਸਾਫਰਾਂ, ਬੇਗਾਨੀਆਂ, ਬੇਵਤਨੀਆਂ, ਗਰੀਬਾਂ ਨੂੰ ਲੁੱਟਦਾ ਸੀ, ਤੇ ਵਿਧਵਾਵਾਂ ਦੇ ਯਤੀਮ ਬਣਾ ਕੇ ਅਥਰੂਆਂ ਦੀਆਂ ਨੈਣਾਂ ਵਹਾਇਆ ਕਰਦਾ ਸੀ, ਅੱਜ ਆਪਣੇ ਪਛਤਾਵੇ ਦੇ ਅਥਰੂ, ਪਿਆਰ ਦੇ ਅਥਰੂ, ਵੈਰਾਗ ਦੇ ਅਥਰੂ, ਦਰਮੇ ਹਿਰਦੇ ਦੇ ਸੁਭਾਅ ਦੇ ਅਥਰੂ ਤਾਰਨਹਾਰ ਦੇ ਚਰਨਾਂ ਤੇ ਕੀਰ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਕੀਰ ਰਿਹਾ। ਇਹੋ ਹੈ ਭੇਟਾ ਜੋ ਸੁੱਝੇ ਹੋਏ ਜਗਿਆਸੂ ਦੇ ਸਕਦੇ ਹਨ। ਇਹ ਗੁਰੂ ਨਾਨਕ ਤੈਨੂੰ ਜੋ ਸੋਝੀਆਂ ਦਾਨ ਕਰਕੇ ਹੋਏ ਜਵਾਨ ਹੈ, ਤੇ ਜੀਵੇ ਪਰਤ ਪਾਲਦਾ ਹੈ, ਤੂੰ ਧੰਨ ਹੈ। ਧੰਨ ਹੈ ਗੁਰੂ ਨਾਨਕ ਸਾਹਿਬ, ਤੁਸੀਂ ਧੰਨ ਹੋ, ਤੁਸੀਂ ਤੇ ਮਰਿਆਂ ਨੂੰ ਜੀਵਨ ਦੇਣ ਵਾਲੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ, ਤੁਸੀਂ ਮਰਿਆਂ ਨੂੰ ਜੀਵਨ ਦੇਣ ਵਾਲੇ ਗੁਰੂ ਸਾਹਿਬ। ਹੁਣ ਸਾਧ ਸੰਗਤ ਤੁਰ ਪਏ ਠੰਡੀ ਠੰਡੀ ਸ਼ਮੀਰ ਵਾਂਗੂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪਏ ਨੇ।
ਬਾਬਾ ਜੀ ਨਾਮ ਦੀ ਖੁਸ਼ਬੂ ਦੇ ਨਾਲ ਭਰੇ ਹੋਏ ਮਗਰ ਮਗਰ ਤੁਰ ਪਿਆ ਹੈ ਸਤਿਗੁਰਾਂ ਦਾ ਜਾਰ ਭਾਈ ਮਰਦਾਨਾ। ਸੰਗੀਤ ਦੀ ਜਿਹੜੀ ਹੈ ਉਹ ਤਾਰ ਚੱਲ ਜੁੜ ਗਈ ਹੈ। ਸਾਧ ਸੰਗਤ ਸੰਗੀਤ ਦੀ ਸੁਰ ਦੇ ਵਾਂਗੂ ਥਰ ਥਰ ਵਿੱਚ ਤੇ ਨਾਲ ਨਾਲ ਸੱਜਣ ਸਤਿਗੁਰਾਂ ਦੇ ਨਾਲ ਤੁਰੇ ਜਾ ਰਹੇ, ਸੱਜਣ ਵੀ ਨਾਲ ਤੁਰਿਆ ਜਾ ਰਿਹਾ। ਹੋਰ ਲੋਕ ਜੋ ਸ਼ਰਧਾਲੂ ਸਨ ਸੱਜਣ ਦੇ ਨਾਲ ਦੇ ਠੱਗ ਯਾਰ ਉਹਦੇ ਉਹ ਵੀ ਨਾਲ ਗੁਰੂ ਸਾਹਿਬ ਦੇ ਕੋ ਦੋ ਕੋ ਤੱਕ ਛੋੜਨ ਵਾਸਤੇ ਗਏ ਪਿੰਡ ਤੋਂ। ਇਥੋਂ ਮਸੇ ਮਸੇ ਗੁਰੂ ਬਾਬੇ ਨੇ ਵਿਦਾ ਕੀਤਾ। ਸਾਰਿਆਂ ਦੇ ਅੱਖਾਂ ਦੇ ਵਿੱਚ ਪਿਆਰ ਦੇ ਹੰਝੂ ਨੇ। ਸਤਿਗੁਰੂ ਨੂੰ 2 ਕੋਹ ਤੱਕ ਛੱਡ ਕੇ ਆਏ। ਮਹਾਰਾਜ ਨੇ ਫਿਰ ਵਿਦਾ ਕੀਤਾ। ਉੱਥੋਂ ਸਾਰੇ ਵਾਪਸ ਆ ਗਏ ਆ। ਮਰਦਾਨਾ ਇਕੱਲੇ ਤੁਰਿਆ ਜਾਂਦਾ, ਕਹਿੰਦਾ ਹੈ ਕਿ ਰੱਬ ਨੂੰ ਸਮਝਣਾ ਕਿੰਨਾ ਔਖਾ ਹੈ। ਮੈਂ ਤਾਂ ਇਹ ਗੁਰੂ ਨਾਨਕ ਤੈਨੂੰ ਨਹੀਂ ਸਮਝ ਸਕਦਾ। ਹੁਣ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਤੁਰੇ ਜਾ ਰਹੇ, ਗੱਲਾਂ ਹੋ ਰਹੀਆਂ। ਕਹਿੰਦਾ ਮਹਾਰਾਜ ਰੱਬ ਨੂੰ ਸਮਝਣਾ ਕਿੰਨਾ ਔਖਾ, ਮੈਂ ਤੇ ਤੈਨੂੰ ਹੀ ਨਹੀਂ ਸਮਝ ਸਕਦਾ ਜਿਸਦਾ ਮੈਂ ਡੂਮ ਆ। ਮਹਾਰਾਜ ਮੈਂ ਤੇਰਾ ਮਰਾਸੀ, ਤੇਰਾ ਡੂਮ ਆ, ਮੈਂ ਤੇ ਤੈਨੂੰ ਨਹੀਂ ਸਮਝ ਸਕਿਆ ਤੇ ਤੇਰੇ ਅੰਗ ਸੰਗ ਰਹਿਣਾ। ਸਗੋਂ ਮੈਂ ਤੇਰੇ ਕੋਲ ਰਹਿਣਾ, ਮੈਂ ਤਾਂ ਵੀ ਤੈਨੂੰ ਨਹੀਂ ਸਮਝ ਸਕਦਾ। ਕਿੰਨੇ ਕੁ ਲੋਕੀ ਸਨ ਜਿਨ੍ਹਾਂ ਨੂੰ ਰਸਤੇ ਪਾ ਸਕਦੇ ਸੀ। ਇਸ ਠੱਗ ਨੂੰ ਕਿਉਂ ਉਤਾਰਿਆ? ਇਸ ਪਾਪੀ ਤੇ ਦੁੱਖੇ ਹੋ ਜਿਸ ਨੂੰ ਮਾਰ ਮਾਰ ਕੇ ਖਰਹਾਨ ਕਰ ਛੋੜਨਾ ਸੀ, ਉਸ ਨੂੰ ਕਿਵੇਂ ਸਾਂਭਿਆ ਜੀ? ਮਹਾਰਾਜ ਜਿਹਦੀ ਚਮੜੀ ਉਧੇੜ ਦੇਣੀ ਚਾਹੀਦੀ ਸੀ, ਮਹਾਰਾਜ ਤੁਸੀਂ ਇਹਨੂੰ ਕਿਉਂ ਉਤਾਰਿਆ? ਮਰਦਾਨਾ ਜੀ ਨੇ ਸਵਾਲ ਕੀਤਾ ਕਿ ਗੁਰੂ ਨਾਨਕ ਸਾਹਿਬ ਜਿਹਨੂੰ ਇੰਨੀ ਸਜ਼ਾ ਦੇਣੀ ਚਾਹੀਦੀ ਸੀ, ਜਿਹਦੀ ਚਮੜੀ ਉਧੇੜ ਦੇਣੀ ਚਾਹੀਦੀ ਸੀ, ਮਹਾਰਾਜ ਤੁਸੀਂ ਇਹਨੂੰ ਕਿਉਂ ਉਤਾਰਿਆ? ਕਿੱਡੇ ਬੜੀ ਹੋ ਤੁਸੀਂ, ਹੈ ਜੀਓ ਕਿਸ ਤੇ ਲਾਇਆ ਨੇ ਬਲ? ਠੱਗ ਉੱਤੇ। ਤੁਸੀਂ ਕਿੰਨੇ ਬੜੀ, ਕਿਹਦੇ ਉੱਤੇ ਬਲ ਲਾ ਦਿੱਤਾ? ਕਿ ਠੱਗ ਦੇ ਉੱਤੇ ਬਲ ਲਾ ਦਿੱਤਾ? ਕਿਉਂ ਲਾਇਆ? ਤੇਰੀਆਂ ਤੁਸੀਂ ਜਾਣਦਾ ਨਾ ਸਾਰ ਮੇਰੇ ਕਾਲਜੀ ਪਾਉਂਦੀ ਹੈ, ਨਾ ਤੁਝੇ ਸੁਹਾਣ ਤੈਨੂੰ। ਕਹਿੰਦਾ ਨਾ ਮਹਾਰਾਜ ਤੁਹਾਡੀ, ਨਾ ਵਾਹਿਗੁਰੂ ਦੀ ਸਾਰ ਪਤਾ ਲੱਗਦੀ ਹੈ ਤੇ ਨਾ ਤੁਹਾਡੀ ਆਉਂਦੀ ਹੈ। ਤੇਰੀਆਂ ਤੂੰ ਜਾਣਦਾ ਗੁਰੂ ਨਾਨਕ ਸਾਹਿਬ ਕਿ ਇੰਨਾ ਬਲ, ਇੰਨਾ ਤੇਰੇ ਕੋਲ ਤਾਕਤ ਸੀ। ਜਿਸ ਸੱਜਣ ਠੱਗ ਨੂੰ ਭਾਈ ਮਰਦਾਨਾ ਜੀ ਕਹਿੰਦੇ ਕੁੱਟ ਦੇਣਾ ਚਾਹੀਦਾ ਸੀ, ਉਹਨੂੰ ਉਹਦੀ ਚਮੜੀ ਉਧੇੜ ਦੇਣੀ ਚਾਹੀਦੀ ਸੀ, ਉਸ ਸੱਜਣ ਠੱਗ ਨੂੰ ਤੁਸੀਂ ਉਪਦੇਸ਼ ਦੇ ਕੇ ਭਾਈ ਸੱਜਣ ਬਣਾ ਕੇ ਧਰਮਸ਼ਾਲਾ ਬਣਾ ਦਿੱਤੀ ਉਹਦੇ ਘਰ ਦੇ ਵਿੱਚ। ਗੁਰੂ ਸਾਹਿਬ ਕਿਉਂ ਕੀਤਾ ਤੁਸੀਂ ਇਹ? ਇਹਨਾਂ ਕੁਝ ਕਹਿ ਕੇ ਭਾਈ ਮਰਦਾਨਾ ਜੀ ਕਹਿੰਦੇ ਤੇਰੀਆਂ ਤੈਨੂੰ ਬਾਣ ਆਉਂਦੀਆਂ, ਮੈਨੂੰ ਤੇਰੇ ਬਾਰੇ ਕੋਈ ਖਿਆਲ ਨਹੀਂ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਮਰਦਾਨਿਆਂ, ਇੱਕ ਗੰਦੇ ਚਲੇ ਨੂੰ ਨਿਰਮਲ ਜਲ ਦੀ ਸਰੂਤ ਬਣਾ ਦੇਣਾ ਚੰਗਾ ਕੰਮ ਹੈ। ਸਤਿਗੁਰੂ ਜੀ ਕਹਿੰਦੇ ਕੋਈ ਚਲੇ ਦਾ ਹੁੰਦਾ ਸਾਲ ਕੋਈ ਨਾਲਾ ਹੋਵੇ ਨਾ ਕਰਦਾ ਤੇ ਉਹਦੇ ਵਿੱਚ ਮਾਰੇ ਕਹਿੰਦੇ ਜਿਹੜੀ ਉਹਨੂੰ ਨਿਰਮਲ ਸਰੋਤ ਬਣਾ ਦਈਏ ਜਲ ਦਾ ਤੇ ਚੰਗਾ ਕੰਮ ਹੈ। ਇਸ ਸਮਝਣ ਦੀ ਕੀ ਲੋੜ ਹੈ ਮਰਦਾਨੇ? ਮਾਰੇ ਕਹਿੰਦੇ ਮਰਦਾਨੇ ਸਮਝਣ ਦੀ ਕੀ ਲੋੜ ਹੈ ਭਾਈ? ਜੇ ਕੋਈ ਚਲਾ ਮਾੜਾ ਵਗ ਰਿਹਾ ਹੈ, ਕੋਈ ਗੰਦਾ ਨਾਲਾ ਵਗ ਰਿਹਾ, ਉਹਨੂੰ ਜੇ ਚੰਗਾ ਨਾਲਾ ਬਣਾ ਦਈਏ, ਉਹਦੇ ਵਿੱਚ ਨਿਰਮਲ ਜਲ ਪਾ ਦਈਏ ਤੇ ਕੀ ਮਾੜੀ ਗੱਲ ਹੈ? ਅੱਗੇ ਜਗਤ ਇਸ ਦੇ ਹੱਥੋਂ ਦੁਖੀ ਸੀ, ਹੁਣ ਸੁਖੀ ਹੋਵੇਗਾ। ਮਰਦਾਨੇ ਅੱਗੇ ਲੋਕ ਦੁਖੀ ਹੁੰਦੇ ਸੀ, ਹੁਣ ਇਹ ਤੋਂ ਸੁਖੀ ਹੋਣਗੇ। ਇਹ ਕਿਹਦੇ ਸਵਰਨ ਦੇ ਨਾਲ ਹਜ਼ਾਰਾਂ ਦੇ ਕਸ਼ਟ ਬਚ ਗਏ। ਹੋਰਾਂ ਨੂੰ ਮਾਰਦਾ, ਜੇ ਹੋਰ ਇਹਦੇ ਕੋਲ ਆਉਂਦੇ ਰਾਤ ਕੱਟਣ, ਉਹਨਾਂ ਨੂੰ ਮਾਰਦਾ ਤੇ ਮਰਦਾਨੇ ਉਹ ਵੀ ਬਚ ਗਏ। ਤੇ ਜਿਨ੍ਹਾਂ ਨੇ ਕਿ ਇਸ ਦੇ ਢਹੇ ਚੜਨਾ ਸੀ, ਜਿਹੜੇ ਇਹਦੇ ਕੋਲ ਆਉਣੇ ਸੀ, ਉਹਨਾਂ ਨੂੰ ਫੜ ਫੜ ਮਾਰਨਾ ਸੀ। ਇਹਨੇ ਅੱਗੋਂ ਇਹ ਹਜ਼ਾਰਾਂ ਦੇ ਸਗੋਂ ਕਸ਼ਟ ਰਹੇਗਾ। ਪਹਿਲੇ ਇਹਨੇ ਮਾਰਨਾ ਸੀ, ਹੁਣ ਕਸ਼ਟ ਰਹੇਗਾ। ਤੇ ਜਗਤ ਦਾ ਭਲਾ ਹੋਇਆ। ਨਾਲੇ ਸੋਚ ਕਰ, ਇਹ ਜੋ ਮਾੜੇ ਕੰਮਾਂ ਵਿੱਚ ਡਾਢੇ ਵੇਖਣਾ ਲੋਕੀ ਲੱਗਦੇ ਹਨ, ਇਹਨਾਂ ਦੇ ਵਿੱਚ ਬਦੀ ਤਾਂ ਬਦੀ ਹੈ, ਪਰ ਬਦੀ ਕਰਨ ਦੀ ਤਾਕਤ ਜੋ ਹੈ ਉਹ ਤਾਕਤ ਮਾੜੀ ਸ਼ੈ ਨਹੀਂ ਹੈ। ਇਹ ਗੱਲ ਸਾਧ ਸੰਗਤ ਸਾਡੇ ਧਿਆਨ ਦੇਣ ਯੋਗ ਬੜੀ ਵੱਡੀ ਹੈ ਕਿ ਜੋ ਕੋਈ ਜਿੰਨਾ ਮਾੜਾ ਬੰਦਾ ਹੋਵੇਗਾ ਨਾ, ਤੇ ਜੇ ਉਹ ਧਰਮੀ ਹੋਵੇਗਾ, ਉਹ ਇੱਕ ਚੋਟੀ ਦਾ ਧਰਮੀ ਹੋਵੇਗਾ। ਇਹ ਗੱਲ ਯਾਦ ਰੱਖਣਾ। ਜੇ ਕੋਈ ਆਪਾਂ ਕਹਿ ਦਿੰਦੇ ਹਾਂ ਨਾ ਕਈ ਵਾਰੀ ਕਿ ਇਹ ਕਹਾਵਤ ਬੜੀ ਪ੍ਰਚਲਿਤ ਹੋ ਜਾਂਦੀ ਹੈ ਕਿ 900 ਚੂਹਾ ਖਾ ਕੇ ਬਿੱਲੀ ਅੱਜ ਨੂੰ ਚੱਲੀ, ਪਰ ਸਾਧ ਸੰਗਤ ਦੀ ਗੱਲ ਯਾਦ ਰੱਖਣਾ, ਗੁਰੂ ਸਾਹਿਬ ਜੀ ਕਹਿੰਦੇ ਆ ਕਿ ਜਿਹੜੀ ਤਾਕਤ ਹੈ ਨਾ ਬਦੀ ਦੇ ਪਿੱਛੇ, ਬਦੀ ਹੁੰਦਾ ਮਾੜਾ ਕੰਮ, ਤੇ ਜਿਹੜੀ ਬਦੀ ਦੀ ਤਾਕਤ ਹੈ, ਜੇ ਉਹ ਨੇਕੀ ਦੀ ਤਾਕਤ ਬਣ ਜਾਵੇ ਤੇ ਉਹਦੇ ਵਰਗਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਕਿਉਂਕਿ ਜਿਹੜਾ ਮਾੜਾ ਬੰਦਾ ਜਿੰਨੀ ਸ਼ਿੱਦਤ ਦੇ ਨਾਲ, ਜਿੰਨੀ ਸ਼ਿੱਦਤ ਤੋਂ ਜਿੰਨੀ ਤਾਕਤ ਦੇ ਨਾਲ ਉਹ ਕੰਮ ਕਰੇਗਾ, ਮਾੜਾ ਕੰਮ ਕਰੇਗਾ, ਉਨੀ ਹੀ ਸ਼ਿੱਦਤ ਦੇ ਨਾਲ, ਉਨੀ ਹੀ ਤਾਕਤ ਦੇ ਨਾਲ, ਉਨੇ ਹੀ ਬਲ ਦੇ ਨਾਲ ਉਹ ਚੰਗਾ ਕੰਮ ਵੀ ਕਰੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਤਾਕਤ ਜਿਹੜੀ ਉਹ ਮਾੜੀ ਸ਼ੈ ਨਹੀਂ, ਇਹਨਾਂ ਦੇ ਵਿੱਚ ਤਾਕਤ ਬਹੁਤੀ ਹੁੰਦੀ ਹੈ।
इस ताकत नूं भला करन दी जे रहनुमाई मिल जाए तो फिर ये उसी तरह टुक के नेकियां करदी है। महाराज कहते जे इन्हां नूं ताकत मिल जाए ना चंगी किते भला करन दी ताकत मिल जाए ते ये फिर नेकियां करदे उसे ही ताण दे नाल उसे ही बल दे नाल। निताने आलसी ते दरिद्री लोग जो नेकी बदी कुछ नहीं करते उन्हां विच बल नहीं हुंदा। ਹੁਣ ਮਾਰੇ ਕਹਿੰਦੇ ਜਿਹੜੇ ਨਾ ਨੇਕੀ ਕਰਦੇ ਨਾ ਬਦੀ ਕਰਦੇ ਉਹਨਾਂ ਵਿੱਚ ਫਲ ਨਹੀਂ ਹੁੰਦਾ। ਕੀ ਜਾਣੀਏ ਜੇ ਦਰਿਦਰੀ ਭਲੇ ਪੁਰਸ਼ ਨੂੰ ਤਾਕਤ ਮਿਲੇ ਤਾਂ ਉਹ ਬਾਦ ਹੋ ਜਾਵੇ। ਮਾਰੇ ਕਹਿੰਦੇ ਕੀ ਜਾਣੀਏ ਜੇ ਕੋਈ ਦਰਿਦਰੀ ਪੁਰਸ਼ ਹੋਵੇ ਉਹਨੂੰ ਇਹੋ ਜਿਹੀ ਤਾਕਤ ਮਿਲ ਜੇ ਕਿ ਉਹ ਬਾਦ ਹੋ ਜਾਵੇ, ਮਾੜਾ ਹੋ ਜਾਵੇ। ਸੋ ਜਿੱਥੇ ਤਾਕਤ ਹੈ ਚਾਹੇ ਕਿਸੇ ਤਰ੍ਹਾਂ ਦੀ ਹੈ ਉੱਥੇ ਰਹਿਣ ਵਾਲੇ ਦੀ ਲੋੜ ਹੈ, ਚਾਨਣ ਦੀ ਲੋੜ ਹੈ ਤਾਂ ਜੋ ਉਹ ਤਾਕਤ ਚੰਗੇ ਪਾਸੇ ਲੱਗ ਜਾਵੇ। ਇਸੇ ਕਰਕੇ ਆਪਾਂ ਕਹਿੰਦੇ ਆ ਕਿ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਜੇ ਕੋਈ ਮਾੜਾ ਹੈ ਉਹਨੂੰ ਸੁਧਾਰਨ ਦਾ ਯਤਨ ਕਰਨਾ ਚਾਹੀਦਾ ਹੈ। ਜਿਹੜੀ ਉਹਦੇ ਅੰਦਰ ਤਾਕਤ ਹੁੰਦੀ ਹੈ ਚੰਗਾ ਬਣਦੀ, ਜੇ ਕਿਤੇ ਉਸ ਤਾਕਤ ਨੂੰ ਹੁਲਾਰਾ ਮਾੜਾ ਜਿਹਾ ਮਿਲ ਜਾਵੇ ਤੇ ਸਾਧ ਸੰਗਤ ਜੱਗ ਬਦਲ ਦਿੰਦਾ ਹੈ। ਉਹ ਮਨੁੱਖ ਐਸਾ ਸੰਤ ਮਹਾਪੁਰਸ਼ ਬਣਦਾ ਹੈ, ਫਿਰ ਉਹ ਜੀਵਨ ਦੇ ਵਿੱਚ ਹੋਰਨਾਂ ਨੂੰ ਸੁਧਾਰਨ ਦਾ ਕਾਰਨ ਬਣਦਾ ਹੈ। ਇਸੇ ਕਰਕੇ ਸਾਧ ਸੰਗਤ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਉਸ ਤਾਕਤ ਨੂੰ ਰਹਿਨੁਮਾਈ ਦੀ ਮਾਰ ਕਹਿੰਦੇ ਲੋੜ ਹੁੰਦੀ ਹੈ, ਚਾਨਣ ਦੀ ਲੋੜ ਹੁੰਦੀ ਹੈ। ਤੇ ਜਦੋਂ ਚਾਨਣ ਮਿਲ ਜਾਂਦਾ ਹੈ ਤੇ ਉਹ ਤਾਕਤ ਜਿਹੜੀ ਚੰਗੇ ਪਾਸੇ ਲੱਗ ਜਾਂਦੀ ਹੈ। ਮਰਦਾਨਾ ਜੀ ਕਹਿੰਦੇ ਆ ਠੀਕ ਹੈ ਮਹਾਰਾਜ ਇਹਨਾਂ ਚੋਰਾਂ ਧਾਲੀਆਂ ਜਵਾਰੀਆਂ ਜ਼ਾਲਮਾਂ ਦੇ ਵਿੱਚ ਤਾਕਤ ਤਾਂ ਬੜੀ ਹੁੰਦੀ ਹੈ। ਸਹੁਰੇ ਐਵੇਂ ਫਿਰ ਬਦੀਆਂ ਵੱਲ ਜਾਂਦੇ ਆ, ਐਵੇਂ ਬਦੀਆਂ ਵੱਲ ਚਲੇ ਜਾਂਦੇ ਆ। ਮਹਾਰਾਜ ਵਾਕਈ ਇਹਨਾਂ 'ਚ ਤਾਕਤ ਤੇ ਬੜੀ ਹੁੰਦੀ ਹੈ। ਠੀਕ ਹੈ ਤੁਸੀਂ ਜੇ ਇਹਨਾਂ ਦੇ ਨਿਆਰੇ ਖੁੱਲ ਜਾਣ ਤੇ ਫਿਰ ਨੇਕੀ ਵੱਲ ਹੀ ਉਹ ਤਾਕਤ ਲੱਗੀ। ਮਹਾਰਾਜ ਵਾਕਈ ਤੁਹਾਡੀ ਗੱਲ ਸਹੀ ਆ ਕਿ ਜੇ ਇਹਨਾਂ ਦੇ ਵਿੱਚ ਨੇਕੀ ਆ ਜਾਵੇ ਤੇ ਜਿਹੜੀ ਤਾਕਤ ਤੇ ਬਦੀ ਵੱਲ ਲਾਉਂਦੇ ਸੀ, ਗਲਤ ਕੰਮਾਂ ਵੱਲ ਲਾਉਂਦੇ ਸੀ, ਉਹ ਤਾਕਤ ਫਿਰ ਇਹ ਚੰਗੇ ਕੰਮਾਂ ਵੱਲ ਲਾਉਣਗੇ। ਮਹਾਰਾਜ ਤੁਹਾਡੀ ਗੱਲ ਸਹੀ ਲੱਗਦੀ ਮੈਨੂੰ। ਪਰ ਤੇਰੇ ਵਿੱਚ ਦਾਤਾ ਕਿੰਨੀ ਤਾਕਤ ਹੈ ਜੋ ਤਾਕਤਵਰਾਂ ਨੂੰ ਬਦੀ ਨਾਲ ਹੋੜ ਕੇ ਨੇਕੀ ਵੱਲ ਲਾ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਤੁਹਾਡੇ ਵਿੱਚ ਕਿੰਨੀ ਤਾਕਤ ਹੈ। ਮਹਾਰਾਜ ਤੁਸੀਂ ਕੀ ਕਰਦੇ ਹੋ ਕਿ ਜਿਹੜੇ ਬਦੀ ਵੱਲ ਲੱਗੇ ਹੁੰਦੇ ਨਾ ਨੇਕੀਆਂ ਵੱਲ ਲਾ ਦਿੰਦੇ ਆ। ਤੂੰ ਧੰਨ ਹੈ, ਨਿਰੰਕਾਰ ਹੈ ਤੂੰ। ਭਲਾ ਹੁਣ ਕਿੱਧਰ ਚੱਲੇ ਹੋ ਮੈਨੂੰ ਇਹ ਵੀ ਦੱਸੋ। ਹੁਣ ਆਪਾਂ ਕਿੱਧਰ ਚੱਲੇ ਆ? ਮਹਾਰਾਜ ਗੁਰੂ ਨਾਨਕ ਸਾਹਿਬ ਕਿੱਧਰ ਨੂੰ ਚੱਲੇ ਆ? ਮੈਂ ਤੇ ਜਾਤਾ ਸੀ ਮੁਲਤਾਨ ਜਾਵਾਂਗੇ, ਪਰ ਉਹ ਰਾਹ ਛੱਡ ਕੇ ਤੇ ਪੂਰੇ ਨੂੰ ਤੁਰੇ ਹੋ। ਪੂਰਬ ਵੱਲ ਨੂੰ ਚੱਲ ਪਏ ਆਪਾਂ। ਮਹਾਰਾਜ ਕਿੱਧਰ ਨੂੰ ਚੱਲ ਪਏ ਆਪਾਂ? ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆਂ ਨੀਲੀ ਵੱਲ ਨੂੰ ਚੱਲਣਾ ਹੈ। ਇੱਕ ਪੀਰ ਹੈ ਇੱਧਰ ਜੋ ਪ੍ਰਜਾ ਨੂੰ ਦਿਖਾ ਰਿਹਾ ਹੈ। ਮਰਦਾਨਾ ਪੀਰ ਵੀ ਦਿਖਾਉਂਦੇ ਹੁੰਦੇ ਮਹਾਰਾਜ। ਸਤਿਗੁਰ ਕਹਿੰਦੇ ਇੱਧਰ ਕਿ ਪੀਰ ਇਹਦਾ ਜਿਹੜਾ ਜਨਤਾ ਨੂੰ ਤੰਗ ਕਰਦਾ, ਦੁਖੀ ਕਰਦਾ। ਤੇ ਭਾਈ ਮਰਦਾਨਾ ਜੀ ਕਹਿੰਦੇ ਪੀਰ ਵੀ ਦੁਖੀ ਕਰਦੇ ਆ ਲੋਕਾਂ ਨੂੰ। ਤੇ ਗੁਰੂ ਸਾਹਿਬ ਜੀ ਕਹਿੰਦੇ ਪੀਰ ਹੋਵੇ ਕਿ ਰਾਜਾ, ਵਿਦਿਆ ਵਾਲਾ ਹੋਵੇ ਕਿ ਧਨ ਵਾਲਾ, ਰਿਧੀਆਂ ਸਿੱਧੀਆਂ ਵਾਲਾ ਹੋਵੇ ਕਿ ਤਪੀਆ, ਜਿਸ ਪਾਸ ਤਾਕਤ ਹੈ ਤੇ ਗਿਆਨ ਨਹੀਂ ਉਸ ਤੋਂ ਮਾੜੇ ਕੰਮ ਹੋ ਹੀ ਜਾਂਦੇ ਹਨ। ਸਤਿਗੁਰ ਕਹਿੰਦੇ ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਪੀਰ ਹੋਵੇ, ਭਾਵੇਂ ਕਿਸੇ ਨੇ ਚੰਗੀ ਵਿਦਿਆ ਪੜ੍ਹੀ ਹੋਵੇ, ਭਾਵੇਂ ਕਿਸੇ ਕੋਲ ਧਨ ਵਧੇਰਾ ਹੋਵੇ, ਕੋਈ ਰਿਧੀਆਂ ਸਿੱਧੀਆਂ ਦਾ ਮਾਲਕ ਹੋਵੇ, ਭਾਵੇਂ ਕੋਈ ਤਪੀਆ ਹੋਵੇ ਤਪ ਕਰਨ ਵਾਲਾ, ਪਰ ਮਹਾਰਾਜ ਕਹਿੰਦੇ ਜਿਹਦੇ ਪਾਸ ਇਹ ਤਾਕਤ ਹੈ ਤੇ ਪਰ ਗਿਆਨ ਨਹੀਂ ਹੈ, ਸੱਚਾ ਗਿਆਨ ਗੁਰੂ ਦਾ ਗਿਆਨ ਨਹੀਂ ਹੈ ਜਿਹਦੇ ਵਿੱਚ, ਤੇ ਸਤਿਗੁਰੂ ਕਹਿੰਦੇ ਉਹ ਮਾੜੇ ਕੰਮਾਂ ਵਾਲਾ ਹੋ ਹੀ ਜਾਂਦਾ ਹੈ। ਉਹਦੇ ਵਿੱਚ ਮਾੜਾ ਕੰਮ ਉਹ ਕਰ ਹੀ ਦਿੰਦਾ ਹੈ। ਨੇਕੀ ਕਰਨੀ ਤਾਂ ਗਿਆਨ ਵਾਲੇ ਦਾ ਕੰਮ ਹੈ। ਜੋ ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਵਿਦਿਆ ਵਾਲਾ ਹੈ, ਚਾਹੇ ਨਹੀਂ। ਮਹਾਰਾਜ ਕਹਿੰਦੇ ਨੇਕੀ ਕਰਨੀ ਗਿਆਨ ਵਾਲੇ। ਜੇਕਰ ਗੁਰੂ ਦਾ ਗਿਆਨ ਹੈ, ਸੱਚਾ ਗਿਆਨ, ਉਹ ਨੇਕੀ ਕਰੇਗਾ। ਭਾਵੇਂ ਉਹ ਗਰੀਬ ਹੋਵੇ, ਚਾਹੇ ਉਹ ਅਮੀਰ ਹੋਵੇ, ਚਾਹੇ ਉਹਦੇ ਕੋਲ ਵਿਦਿਆ ਬੜੀ ਹੋਵੇ, ਤੇ ਚਾਹੇ ਉਹ ਬਿਨਾਂ ਵਿਦਿਆ ਤੋਂ ਅਨਪੜ੍ਹ ਹੋਵੇ, ਪਰ ਉਹਦੇ ਕੋਲ ਗੁਰੂ ਦਾ ਗਿਆਨ ਹੋਣਾ ਜ਼ਰੂਰੀ ਹੈ। ਭਾਈ ਮਰਦਾਨਾ ਜੀ ਕਹਿੰਦੇ ਪੀਰ ਤਾਂ ਰਜਾਮ ਤਾਂ ਘਾਲਣਾ ਨਾਲ ਬਣਦੇ ਆ। ਮਹਾਰਾਜ ਪੀਰ ਤੇ ਬੜੀ ਘਾਲਣਾ ਘਾਲ ਕੇ ਬਣਨਾ ਪੈਂਦਾ। ਫਿਰ ਮੜੱਪਣ ਵਿੱਚ ਕਿਉਂ ਪੈ ਜਾਂਦੇ? ਫਿਰ ਪੁੱਠੇ ਕੰਮਾਂ ਚ ਕਿਉਂ ਪੈ ਜਾਂਦੇ? ਹੁਣ ਸਾਧ ਸੰਗਤ ਧਿਆਨ ਦੇਣਾ, ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਤੁਰੇ ਜਾਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮਰਦਾਨਾ ਜੀ ਕਹਿੰਦੇ ਪੀਰ ਬਣਨਾ ਤੇ ਬੜੀ ਘਾਲਣਾ ਘਾਲ ਕੇ ਬਣੀਦਾ। ਮਹਾਰਾਜ ਪੀਰ ਬਣਨਾ ਸੌਖਾ ਨਹੀਂ ਹੈ। ਪਰ ਗੁਰੂ ਨਾਨਕ ਸਾਹਿਬ ਜੀ ਇਹ ਪੀਰ ਪੁੱਠੇ ਕੰਮਾਂ ਵੱਲ ਕਿਉਂ ਲੱਗ ਜਾਂਦੇ ਆ? ਫਿਰ ਤੇ ਗੁਰੂ ਸਾਹਿਬ ਜੀ ਕਹਿੰਦੇ ਹਾਂ ਭਾਈ ਘਾਲਣਾ ਕਰਨ ਦੀ ਵੀ ਅੱਖਾਂ ਦੀ ਲੋੜ ਹੈ। ਜਿਹੜੀ ਘਾਲਣੀ ਹੁੰਦੀ ਹੈ ਨਾ, ਜਿਹੜਾ ਜਪ ਤਪ ਕਰਨਾ ਹੁੰਦਾ ਹੈ, ਉਹਦੇ ਵਾਸਤੇ ਅੱਖਾਂ ਦੀ ਲੋੜ ਹੈ। ਬਿਨਾਂ ਅੱਖਾਂ ਦੇ ਖੁੜਲ ਵਿੱਚ ਡਿੱਗ ਪੈਂਦੇ ਹਨ। ਮਹਾਰਾਜ ਕਹਿੰਦੇ ਬਿਨਾਂ ਅੱਖਾਂ ਦੇ, ਬਿਨਾਂ ਗਿਆਨ ਤੋਂ, ਗੁਰੂ ਦੇ ਗਿਆਨ ਤੋਂ ਇਹ ਮਹਾਰਾਜ ਕਹਿੰਦੇ ਖੂਹ ਦੇ ਵਿੱਚ ਹੀ ਡਿੱਗ ਪੈਂਦੇ ਆ। ਮਰਦਾਨਾ ਜੀ ਕਹਿੰਦੇ ਇਹਨਾਂ ਨੂੰ ਗਿਆਨ ਦੇ ਦੀਦੇ ਨਹੀਂ ਹੁੰਦੇ,
इन्हां को ज्ञान दी अखां नहीं हुंदियां महाराज। ते गुरु साहब कहंदे मन है भाई भुखा मर्दानिया, मन भुखा है, इस नूं लोड़ां हन, इहदियां लोड़ां हन मन दीयां, ते लोड़ां तो वध दी मंग जिहड़ी ओह तृष्णा है। महाराज कहंदे मन है साडा एक, ते मन नूं भुख है, ते इहनूं लोड़ है किसे ना किसे चीज़ दी। पर जदों लोड़ां दी मंग वध जांदी है ते उदों मर्दानिया तृष्णा पैदा हो जांदी है। सो घालना करदियां जद नेक नामी हो जावे, जदों नेम वाहवा बन जावे, जां कोई रिधी सिधी फुर जावे, जां कोई रिधी सिधी आ जावे, तां मन उन्हां विच ही फस जांदा मर्दानिया। जदों कोई घालना घालदा है, जप तप करदा है, ते महाराज कहंदे जदों उहदा वाहवा नाम हो जावे आसे पासे, जां कोई उहनूं रिधी सिधी फुर जावे, मंत्र मुंत्र जिहड़ा है उहदे नाल ही लोकां नूं ठीक करन लग जावे, महाराज कहंदे फिर उहदे विच ही फस जांदा मन। मन होया लो लौली दी अतृप्त भुख वाला, क्योंकि मन जिहड़ा बड़ी अतृप्त भुख है, ये सदा ही चाहुंदा है कि मैनूं कुछ ना कुछ मिली जावे। ये है खुड़ाल साधना दी। महाराज कहंदे ये है असली खूह जिहदे विच डिग जांदे आ इहो ਜਿਹੇ लोग। मर्दाना कहंदा बचन किद्दां, ढह पवे तां निकले किद्दां। ते गुरु साहब जी कहंदे पहलां सियाण के तुरे ना, सेध बन्ने करतार दी, वासना नूं करे वस, अपने आप नूं जिते, फिर साधना करे, फिर धरे करतार ते, टेक भाव आसरा धरे करतार दा वाहिगुरू दा, उसे दे प्यार नूं सब कुछ समझे, जगत दे पदार्थां तो वैराग धारे, फिर नहीं वो इस खूह दे विच डिगदा। गुरु साहब जी कहंदे आ पहलों अपने आप नूं पछाण के तुरे, सेध बन्ने उस करतार वाहिगुरू दी, वासना नूं वस विच करे, अपने मन दीयां वासनावां नूं अपने अपने जिते, साधना करे, उस वाहिगुरू ते भरोसा रखे, उहदे प्यार नूं जगत नूं समझे, उहदे प्यार नूं सब कुछ समझे, जगत दे पदार्थां तो वैराग धारण करे, फिर महाराज कहंदे उस खूह च नहीं डिगदा। फिर मर्दाना जी कहंदे आ फिर हुण इस पीर वल चले हो, ਉਹ ਕੋਈ ਸੱਜਣ ਵਾਂਗੂ ਸਾਡੀ ਜਾਨ ਲਊ ਕੇ ਜਾਂ ਸੌਖੀ ਗੁਜ਼ਰੇਗੀ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜਿੱਧਰ ਚੱਲੇ ਆ ਇਹ ਕਿਤੇ ਜਾਨ ਨਾ ਲੈ ਲੈ ਸਾਡੀ ਸੱਜਣ ਵਾਂਗੂ, ਕੋਈ ਸਾਡੀ ਜਾਨ ਲਊਗਾ ਕਿ ਜਾਂ ਬਚ ਜਾਾਂਗੇ ਮਹਾਰਾਜ ਹੁਣ। ਤੇ ਗੁਰੂ ਸਾਹਿਬ ਜੀ ਕਹਿੰਦੇ ਘਬਰਾ ਨਹੀਂ ਮਰਦਾਨੇ, ਘਬਰਾ ਨਾ, ਕਰਤਾਰ ਭਲੀ ਕਰੇਗਾ, ਤੁਸੀਂ ਕਰਨਾ ਕਰ ਵਾਹਿਗੁਰੂ ਭਲੀ ਕਰੇਗਾ। ਮਹਾਰਾਜ ਮੁਸਕਰਾ ਕੇ ਕਹਿੰਦੇ ਆ। ਏਦਾਂ ਗੱਲਾਂ ਕਰਦੇ ਕਰਦੇ ਚਲੇ ਗਏ ਆ ਤੇ 2-3 ਦਿਨ ਰਾਤਾਂ ਰਸਤੇ ਵਿੱਚ ਮੁਕਾ ਕੇ ਫਿਰ ਇੱਕ ਗਰਾਉਂ ਦੇ ਬਾਹਰ ਉੱਚਾ ਤੇ ਸੁਥਰਾ ਥਾਂ ਦੇਖ ਕੇ ਉੱਥੇ ਰੁਕ ਗਏ ਕਿ ਇੱਥੇ ਕੀਰਤਨ ਦਾ ਰੰਗ ਲੱਗ ਗਿਆ ਕਿ ਇੱਥੇ ਲੋਕੀ ਆਉਣ ਲੱਗ ਪਏ ਆ। ਪਿੰਡ ਦੇ ਲੋਕੀ ਦਰਸ਼ਨ ਕਰਕੇ ਮਹਾਰਾਜ ਦੇ ਨਿਹਾਲ ਹੋ ਗਏ ਤੇ ਘਰਾਂ ਦੇ ਵਿੱਚ ਚੱਲਣ ਦੇ ਬੇਨਤੀ ਮਹਾਰਾਜ ਨੂੰ ਕਰਨ ਲੱਗ ਪਏ। ਪਰ ਆਪ ਉੱਥੇ ਹੀ ਟਿਕੇ ਰਹੇ। ਕੁਝ ਦਿਨਾਂ ਦੇ ਵਿੱਚ ਸੰਗਤ ਦਾ ਆਉਣ ਜਾਣ ਜਿਹੜਾ ਉਹ ਵੱਧ ਗਿਆ ਤੇ ਪੀਰ ਦੇ ਕੰਨਾਂ ਦੇ ਵਿੱਚ ਆਵਾਜ਼ ਤੇ ਕੋਈ ਦਰਵੇਸ਼ ਆਇਆ है जो चलते दरिया रोकता है अपनी खुशी कहानी दे नाल। फिर सुने उसके ताकत वाला है, फिर उन्हें सुनिया कि बड़ी ताकत वाला है। फिर किसी कहा कि डेरा पाउण लगा है उजाड़ दे विच ते चुबारा भी बनाया उन्हें ते फकीर नूं गुस्सा आ गया। साध संगत जदों एक पिंड दे विच फकीर होवे कोई दूसरा आ जावे उहदा जिवें कोई पिंड 'ਚ ਕਿਸੇ ਦੀ ਇੱਕ ਦੁਕਾਨ ਹੋਵੇ ਜੇ ਉਹੀ ਦੁਕਾਨ ਕੋਈ ਦੂਸਰਾ ਖੋਲੇ ਤੇ ਸ਼ਰੀਕ ਆ ਕੇ ਬੈਠ ਜਾਂਦਾ ਨਾ ਤੇ ਉਹ ਆਪਸ ਦੇ ਵਿੱਚ ਉਹਨਾਂ ਦੀ ਲੱਗਣ ਲੱਗ ਪੈਂਦੀ ਹੈ। ਇਸੇ ਪ੍ਰਕਾਰ ਉਹ ਸੋਚਦਾ ਜਿਹਨਾਂ ਨੂੰ ਲੋਕੀ ਦੱਸਦੇ ਕਿ ਇੱਥੇ ਕੋਈ ਫਕੀਰ ਆਇਆ ਜਿਹੜਾ ਲੱਗਦਾ ਕਿ ਕੋਈ ਡੇਰਾ ਬਣਾਵੇਗਾ ਆਪਣਾ ਤੇ ਉਹਦੇ ਤੁਰਦੇ ਦਰਿਆ ਰੋਕ ਦਿੰਦਾ ਤੇ ਉਹ ਫਕੀਰ ਨੂੰ ਬੜਾ ਗੁੱਸਾ ਆਉਂਦਾ ਹੈ ਤੇ ਉਹ ਮਹਾਰਾਜ ਦੇ ਨਾਲ ਜਿਹੜਾ ਹੈ ਸਾਧ ਸੰਗਤ ਦੀ ਈਰਖਾ ਕਰਨ ਲੱਗ ਪੈਂਦਾ ਹੈ। ਫਿਰ ਉਸ ਤੋਂ ਬਾਅਦ ਮਹਾਰਾਜ ਨੂੰ ਨੀਵਾਂ ਦਿਖਾਉਣ ਵਾਸਤੇ ਕਿਵੇਂ ਅੱਗੇ ਚੱਲਦਾ ਹੈ ਇਹ ਸਾਖੀ ਆਪਾਂ ਕੱਲ ਨੂੰ ਵਿਚਾਰਾਂਗੇ। फिर सतगुरु दी हरद्वार की फेरी आएगी ते गुरु साहब हरद्वार दे विच जाके किवें पार उतारा करदे आ। सो इत्थे साध संगत अपना समाप्ति करदे आ ते कल नूं जिहड़ा है भाई शिवतार सिंह जी आप नूं साखी सरवण करवाएंगे। सो इत्थे समाप्ति होईयां भुलां चुकां दी खिमा। बुलाओ फतेह साध संगत जी। वाहिगुरू जी का खालसा वाहिगुरू जी की फतेह।